ਨਮਸਕਾਰ ਆਦਾਬ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਰੀਆਂ ਖੋਟੀਆਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਖੈਰ ਮਕਦਮ। ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਪ੍ਰੋਗਰਾਮ ਖਰੀਆਂ ਖੋਟੀਆਂ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਉਹ ਕਰੀਦੀਆਂ ਕਿ ਜਿਹੜੀਆਂ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਕਈ ਵਾਰ ਖੋਟੀਆਂ ਤਾਂ ਹੁੰਦੀਆਂ ਨੇ, ਪਰ ਉਹਨਾਂ ਨੂੰ ਜੇਕਰ ਅਸੀਂ ਨਿਖਾਰ ਲਈਏ, ਜੇਕਰ ਉਹਨਾਂ ਨੂੰ ਸੁਧਾਰ ਲਈਏ ਤਾਂ ਫਿਰ ਉਹ ਖੋਟੀਆਂ ਵੀ ਬਣ ਜਾਂਦੀਆਂ ਨੇ। ਤੇ ਖਰੀਆਂ ਖੋਟੀਆਂ ਦੇ ਵਿੱਚ ਅੱਜ ਤੁਹਾਡਾ ਆਪਣਾ ਚਰਨਜੀਤ ਜੋਗੀ ਹਾਜ਼ਰ ਹੈ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਗੱਲਾਂ ਬਾਤਾਂ ਅਸੀਂ ਆਪਣੇ ਘਰ ਤੋਂ ਕਰਾਂਗੇ, ਕਿਉਂਕਿ ਘਰ ਤੋਂ ਬਾਹਰ ਅਸੀਂ ਨਿਕਲ ਕੇ ਜੇਕਰ ਕਿਸੇ ਦੂਸਰੇ ਬੰਦੇ ਦੀ ਗੱਲ ਕਰੀਏ ਤਾਂ ਫਿਰ ਕਈ ਵਾਰ ਅਗਲਾ ਭਾਰੂ ਹੋ ਜਾਂਦਾ ਹੈ, ਹਮਲਾਵਰ ਬਣ ਜਾਂਦਾ ਹੈ। ਅਸੀਂ ਕਿਸੇ ਨਾਲ ਕੋਈ ਲੜਾਈ ਝਗੜਾ ਲੈਣਾ ਨਹੀਂ, ਸੋ ਆਪਣੇ ਘਰਾਂ ਦੀਆਂ ਲੜਾਈਆਂ ਝਗੜਿਆਂ ਦੇ ਬਾਰੇ ਗੱਲਬਾਤ ਕਰਾਂਗੇ। ਤੇ ਗੱਲ ਕਰਦੇ ਹਾਂ ਸਾਡੇ ਸਮਾਜ ਦੀ। ਸਾਡਾ ਸਮਾਜ ਸਿਰਫ ਤੇ ਸਿਰਫ ਔਰਤਾਂ ਦੇ ਨਾਲ। ਤੁਸੀਂ ਹੁਣ ਕਹੋਗੇ ਕਿ ਇਹ ਤਾਂ ਮਰਦ ਪ੍ਰਧਾਨ ਸਮਾਜ ਹੈ। ਨਾ ਜੀ ਨਾ, ਔਰਤਾਂ ਦੇ ਨਾਲ ਸਾਡਾ ਸਮਾਜ ਅੱਗੇ ਚੱਲਦਾ। ਜੀ ਹਾਂ, ਘਰ ਦੇ ਵਿੱਚ ਔਰਤਾਂ ਨਾ ਹੋਣ ਤਾਂ ਘਿੱਚ ਕਿਵੇਂ ਹੋਵੇ, ਲੜਾਈ ਝਗੜੇ ਕਿਵੇਂ ਹੋਣ, ਛੋਟੀਆਂ ਮੋਟੀਆਂ ਇੱਧਰ ਤਕਰਾਰਾਂ ਕਿਵੇਂ ਚੱਲਦੀਆਂ ਰਹਿਣ। ਦੇਖੋ, ਔਰਤਾਂ ਦੇ ਨਾਲ ਸਾਡਾ ਸਮਾਜ ਅੱਗੇ ਵੱਧਦਾ। ਬਹੁਤ ਕੁਝ ਔਰਤਾਂ ਦੇ ਨਾਲ ਜੁੜਿਆ ਹੁੰਦਾ ਹੈ। ਔਰਤ ਸਾਡੀ ਸ਼ਕਤੀ ਵੀ ਬਣਦੀ ਹੈ, ਔਰਤ ਸਾਡੀ ਕਮਜ਼ੋਰੀ ਵੀ ਬਣਦੀ ਹੈ। ਜੀ ਹਾਂ, ਪਰ ਸ਼ਕਤੀ ਬਹੁਤ ਘੱਟ ਥਾਵਾਂ ਤੇ ਬਣਦੀ ਹੈ, ਕਮਜ਼ੋਰੀ ਬਹੁਤ ਥਾਵਾਂ ਤੇ ਜ਼ਿਆਦਾ ਬਣ ਜਾਂਦੀ ਹੈ। ਪਰ ਔਰਤ ਆਪ ਵੀ ਆਪਣੇ ਆਪ ਦੀ ਵੀ ਕਮਜ਼ੋਰੀ ਕਈ ਵਾਰ ਬਣੀ ਰਹਿੰਦੀ ਹੈ, ਕਿਉਂਕਿ ਔਰਤ ਦੀ ਦੁਸ਼ਮਣ ਵੀ ਕਈ ਵਾਰ ਬਣ ਜਾਂਦੀ ਹੈ। ਕਹਿੰਦੇ ਕਿ ਮੈਂ ਲੜਾਂਗੀ ਉਸ ਔਰਤ ਦੇ ਖਿਆਲਾਂ ਦੇ ਖਿਲਾਫ ਜੋ ਔਰਤ ਹੋ ਕੇ ਔਰਤ ਨਾਲ ਦੁਸ਼ਮਣੀ ਪਾਲਦੀ ਹੈ। ਸੱਸ ਬਣ ਕੇ ਨੂੰਹ ਚੋਂ ਨੌਕਰਾਣੀ ਭਾਲਦੀ ਹੈ, ਨੂੰਹ ਬਣ ਕੇ ਸੱਸ ਨੂੰ ਘਰੋਂ ਹੀ ਕੱਢਣਾ ਚਾਹੁੰਦੀ ਹੈ, ਗੁਆਂਢਣ ਬਣ ਕੇ ਗੁਆਂਢਣ ਦਾ ਨੱਕ ਵੱਢਣਾ ਚਾਹੁੰਦੀ ਹੈ। ਇਹ ਆਪਸ ਦੇ ਵਿੱਚ ਘਰਾਂ ਦੇ ਵਿੱਚ ਲੜਾਈਆਂ ਝਗੜੇ ਚੱਲਦੇ ਰਹਿੰਦੇ ਨੇ। ਮੰਨ ਲਓ ਕਿਤੇ ਵਿਆਹ ਸ਼ਾਦੀਆਂ ਵੀ ਹੋਵੇ ਨਾ, ਤੇ ਉੱਥੇ ਵੀ ਜਾ ਕੇ ਔਰਤਾਂ ਇੱਕ ਦੂਸਰੇ ਦੇ ਵਿੱਚ ਨੁਕਸ ਕੱਢਦੀਆਂ ਰਹਿੰਦੀਆਂ ਨੇ, ਇੱਕ ਦੂਸਰੇ ਦੇ ਸੂਟਾਂ ਵੱਲ ਦੇਖ ਕੇ ਸੜਦੀਆਂ ਰਹਿੰਦੀਆਂ ਨੇ, ਇੱਕ ਦੂਸਰੇ ਦੇ ਪਹਿਲਾਂ ਹੋਰ ਨੱਕ ਬੁੱਲ ਕੱਢਦੀਆਂ ਰਹਿੰਦੀਆਂ ਨੇ, ਕੋਈ ਗਹਿਣਿਆਂ ਗੱਟਿਆਂ ਦੇ ਉੱਪਰ। ਤੇ ਜਾਂ ਫਿਰ ਇੱਥੋਂ ਤੱਕ ਵੀ ਇਹਨੂੰ ਕਿਹਨੇ ਸੱਦ ਲਿਆ ਸੀ, ਇਹ ਤਾਂ ਇਸ ਵਿਆਹ ਦੇ ਵਿੱਚ ਆਉਣੀ ਨਹੀਂ ਸੀ ਚਾਹੀਦੀ, ਇਹਦੇ ਬਿਨਾਂ ਕਿਤੇ ਤੁਹਾਡਾ ਵਿਆਹ ਰਹਿ ਚੱਲਿਆ ਸੀ, ਇਹ ਕਿਉਂ ਸੱਦ ਲਈ, ਚੰਗਾ ਫਿਰ ਹੁਣ ਅਗਲੀ ਵਾਰ ਇਹਦੇ ਨਾਲ ਹੀ ਵਰਤ ਲਿਓ। ਗੱਲ ਕਿ ਨਿੱਕੀ ਗੱਲ ਦੇ ਉੱਪਰ ਆਪਣੀਆਂ ਵੱਡੀਆਂ ਲੜਾਈਆਂ ਲੈ ਕੇ ਉਸ ਵਿਆਹ ਦੇ ਵਿੱਚ ਵੀ ਰੰਗ ਦੇ ਵਿੱਚ ਭੰਗ ਪਾ ਕੇ ਬਹਿ ਜਾਂਦੀਆਂ ਨੇ। ਗੱਲ ਇਹ ਹੈ ਕਿ ਮੈਂ ਸਾਰੀਆਂ ਔਰਤਾਂ ਨੂੰ ਨਹੀਂ ਕਹਿੰਦਾ, ਸਾਰੀਆਂ ਔਰਤਾਂ ਹੀ ਮਾੜੀਆਂ ਨਹੀਂ ਹੁੰਦੀਆਂ, ਪਰ ਬਹੁਤ ਸਾਰੇ ਜੇਕਰ ਅਸੀਂ ਝਗੜਿਆਂ ਦੀ ਜੜ ਦੇਖੀ ਜਾਵੇ ਤਾਂ ਤੁਸੀਂ ਇਹ ਦੇਖੋਗੇ ਕਿ ਕਈ ਵਾਰ ਘਰਾਂ ਦੇ ਵਿੱਚੋਂ ਝਗੜਾ ਜਿਹੜਾ ਉਹ ਛੋਟੀਆਂ ਗੱਲਾਂ ਕਰਕੇ ਔਰਤਾਂ ਹੀ ਖੜਾ ਕਰ ਦਿੰਦੀਆਂ ਨੇ। ਦੇਖੋ, ਨੂੰਹ ਤੇ ਸੱਸ ਦੀ ਲੜਾਈ ਹੁੰਦੀ ਹੈ, ਆਪਸ ਦੇ ਵਿੱਚ ਸਾਰੀ ਦਿਹਾੜੀ ਲੜਦੀਆਂ ਰਹਿੰਦੀਆਂ, ਮਗਦੀਆਂ ਰਹਿੰਦੀਆਂ। ਚੁੱਲ੍ਹੇ ਦੇ ਵਿੱਚ ਅੱਗ ਭਾਵੇਂ ਮਗੇ ਤੇ ਚਾਹੇ ਨਾ ਮਗੇ, ਆਪਸ ਦੇ ਵਿੱਚ ਇੰਨੀਆਂ ਮਗ ਕੇ ਤੱਤੀਆਂ ਹੋਈਆਂ ਹੁੰਦੀਆਂ, ਲਾਲ ਹੋਈਆਂ ਹੁੰਦੀਆਂ। ਰੋਟੀ ਭਾਵੇਂ ਇੱਕ ਦੂਸਰੇ ਦੇ ਮੱਥੇ ਤੇ ਹੀ ਤੱਪ ਦੇਣ ਤਾਂ ਵੀ ਉਹ ਸੜ ਕੇ ਰੜ ਕੇ ਵਾਪਸ ਆ ਸਕਦੀ ਹੈ। ਤੇ ਜਦੋਂ ਵਿਚਾਰਾ ਬੰਦਾ ਕਿਤੇ ਸ਼ਾਮ ਨੂੰ ਥੱਕਿਆ ਹਾਰਿਆ ਘਰ ਕੰਮਕਾਰ ਤੋਂ ਆਵੇ ਤਾਂ ਲਓ ਜੀ, ਸਾਈਕਲ ਹੱਲੇ ਉਹਨੇ ਆਪਣਾ ਜਾਂ ਸਕੂਟਰ ਆਪਣਾ ਜਾਂ ਕਾਰ ਆਪਣੀ ਹੱਲੇ ਸਾਈਡ ਤੇ ਲਾਈ ਹੁੰਦੀ ਹੈ। ਮੈਂ ਕਿਹਾ ਜੀ ਫਿਰ ਬੀਬੀਆਂ ਦੇ ਸ਼ੁਰੂ ਹੋ ਜਾਂਦੇ ਨੇ, ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਆ। ਸੱਸ ਜਿਹੜੀ ਹੁੰਦੀ ਹੈ ਉਹ ਆਪਣੇ ਪੁੱਤ ਨੂੰ ਵੱਖਰਾ ਲਿਜਾ ਕੇ ਬਹੁਤ ਕੁਝ ਉਹਦੇ ਕੰਨਾਂ ਦੇ ਵਿੱਚ ਭਰਨਾ ਚਾਹੁੰਦੀ ਹੈ ਕਿ ਅੱਜ ਨੂੰਹ ਨੇ ਆਹ ਕੀਤਾ, ਅੱਜ ਮੇਰੇ ਨਾਲ ਏਦਾਂ ਹੋਈ, ਅੱਜ ਮੇਰੇ ਨਾਲ ਆਹ ਨਿੰਦਿਆ ਗਿਆ, ਅੱਜ ਮੈਨੂੰ ਰੋਟੀ ਨਹੀਂ ਮਿਲੀ, ਅੱਜ ਤਾਂ ਮੈਂ ਸਾਰੀ ਦਿਹਾੜੀ ਭੁੱਖੀ ਰਹਿ ਗਈ। ਉਸ ਤੋਂ ਬਾਅਦ ਬੰਦਾ ਵਿਚਾਰਾ ਭਰਿਆ ਪੀਤਾ ਆਉਂਦਾ, ਪਾਣੀ ਦਾ ਗਲਾਸ ਵੀ ਨਹੀਂ ਟੱਕਰਦਾ ਉਹਨੂੰ, ਤੇ ਨਾਲ ਦੀ ਨਾਲ ਫਿਰ ਘਰ ਵਾਲੀ ਵੀ ਉਹਨੂੰ ਲਿਜਾ ਕੇ ਕਮਰੇ ਦੇ ਵਿੱਚ ਬਹੁਤ ਕੁਝ ਕਹਿੰਦੀ ਹੈ ਕਿ ਦੇਖ, ਜੇ ਤਾਂ ਮੇਰੇ ਨਾਲ ਰਹਿਣਾ ਤਾਂ ਫਿਰ ਆਪਣੀ ਮਾਂ ਨੂੰ ਕਿਤੇ ਹੋਰ ਲੈ ਕੇ ਚੱਲ ਜਾ, ਤੇ ਜਾਂ ਫਿਰ ਮੈਨੂੰ ਕਿਸੇ ਹੋਰ ਪਾਸੇ ਰੱਖ ਲਾ। ਮੈਂ ਇਹਦੇ ਨਾਲ ਨਹੀਂ ਰਹਿ ਸਕਦੀ, ਕਿਉਂਕਿ ਇਹ ਨਿੱਕੀ ਗੱਲ ਤੇ ਟੀਕਾ ਟਿੱਪਣੀ ਕਰਦੀ ਹੈ, ਕਦੇ ਮੇਰੇ ਖਾਣ ਤੇ ਕਦੇ ਮੇਰੇ ਪੀਣ ਤੇ। ਗੱਲ ਕੀ, ਮੈਨੂੰ ਚੰਗੇ ਤਰੀਕੇ ਦੇ ਨਾਲ ਜੀਣਾ ਨਹੀਂ ਦੇਣਾ ਚਾਹੁੰਦੀ। ਜੀ ਇਹ ਵਿਚਾਰੀਆਂ ਲੜਾਈਆਂ ਜਿਹੜੀਆਂ ਨਿੱਕੀਆਂ ਇਹ ਬੰਦੇ ਨੂੰ ਵਿਚਾਰਾ ਬਣਾ ਕੇ ਰੱਖ ਦਿੰਦੇ ਨੇ। ਬੰਦੇ ਤਾਂ ਹੁੰਦੇ ਵਿਚਾਰੇ ਨੇ। ਹੁਣ ਤੁਸੀਂ ਕਹੋਗੇ ਕਿ ਗੱਲ ਇਹ ਬੰਦਿਆਂ ਦੀ ਕਰਦਾ, ਨਹੀਂ ਜੀ ਨਹੀਂ, ਗੱਲ ਮੈਂ ਕਰਦਾ ਉਹਨਾਂ ਲੜਾਈਆਂ ਦੀ ਜਿਹੜੀਆਂ ਘਰ ਨੂੰ ਘਰ ਨਹੀਂ ਲੜਾਈ ਦਾ ਮੈਦਾਨ ਬਣਾ ਦਿੰਦੀਆਂ ਨੇ। ਹੁਣ ਤੁਸੀਂ ਇਹ ਮਤ ਸੋਚਿਓ ਕਿ ਮੈਂ ਔਰਤਾਂ ਦੀ ਬਦਖੋਈ ਕਰਦਾ, ਜਾਂ ਫਿਰ ਅੱਜ ਮੈਂ ਸਿਰਫ ਆਪਣੇ ਨਾਲ ਕਿਸੇ ਨੂੰ ਨਹੀਂ ਲੈ ਕੇ ਆਇਆ ਤੇ ਫਿਰ ਮੈਂ ਔਰਤਾਂ ਦੀਆਂ ਚੁਗਲੀਆਂ ਕਰੂੰਗਾ। ਹਾਂ, ਸੱਚ, ਚੁਗਲੀਆਂ ਤੋਂ ਚੇਤਾ ਆਇਆ, ਚੁਗਲੀਆਂ ਵੀ ਤਾਂ ਇਹ ਬੀਬੀਆਂ ਹੀ ਕਰਦੀਆਂ ਜ਼ਿਆਦਾ ਇੱਕ ਦੂਸਰੇ ਦੀਆਂ। ਦੇਖੋ, ਮੈਂ ਇਹ ਨਹੀਂ ਕਹਿੰਦਾ ਕਿ ਬੀਬੇ ਨਹੀਂ ਕਰਦੇ, ਬੀਬੇ ਵੀ ਅੱਜ ਕੱਲ੍ਹ ਫੈਸ਼ਨ ਦੇ ਦੌਰ ਦੇ ਵਿੱਚ ਚੁਗਲੀ ਦੀ ਸੁਰਖੀ ਬਿੰਦੀ ਲਾਉਣ ਲੱਗ ਪਏ ਨੇ। ਪਰ ਜ਼ਿਆਦਾਤਰ ਆਮ ਤੌਰ ਤੇ ਦੇਖਿਆ ਗਿਆ ਬੀਬੀਆਂ ਘਰਾਂ ਦੇ ਵਿੱਚ ਵਿਹਲੀਆਂ ਹੋ ਕੇ ਅੱਜ ਕੱਲ੍ਹ, ਹੁਣ ਤਾਂ ਸੌਖਾ ਕੰਮ ਆ, ਹੁਣ ਤਾਂ ਕਿਸੇ ਦੇ ਘਰ ਵੀ ਆਉਣ ਜਾਣ ਦੀ ਲੋੜ ਨਹੀਂ ਪੈਂਦੀ। ਲਓ ਜੀ, ਫੋਨ ਮਿਲਾਓ, ਨੰਬਰ ਮਿਲਾਓ ਤੇ ਫਟ ਫਿਰ ਚੁਟਕਲੇ ਵਾਂਗੂ ਇਹ ਚੁਗਲੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਦੂਸਰੇ ਨੂੰ ਆਪਣੇ ਘਰ ਦੀਆਂ। ਅੱਜ ਕੀ ਬਣਿਆ ਸੀ, ਅੱਜ ਸੱਸ ਨੂੰ ਕਿੱਦਾਂ ਦਬਾਇਆ ਗਿਆ, ਅੱਜ ਘਰ ਵਾਲੇ ਨੂੰ ਕਿੱਦਾਂ ਦਬਾਇਆ ਗਿਆ। ਗੱਲ ਕੀ, ਹਰ ਪਲ ਹਰ ਘੜੀ ਹਰ ਲਮਹਾ ਇੱਕ ਦੂਸਰੇ ਦੀਆਂ ਅਸੀਂ ਚੁਗਲੀਆਂ ਕਰਦੇ ਰਹਿੰਦੇ ਹਾਂ। ਤੇ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਤੇ ਅਸੀਂ ਫੱਟ ਦੇਣੀ ਆਪਣੇ ਘਰ ਦੀ ਗੱਲ ਵੀ ਜਿਹੜੀ ਆ ਫੋਨ ਦੇ ਰਾਹੀਂ ਬਾਹਰ ਵੀ ਦੱਸ ਦਿੰਦੇ ਆ। ਬਾਹਰ ਦੇ ਵਿੱਚ ਮਤਲਬ ਕੁੜੀ ਦੇ ਪੇਕਿਆਂ ਤੋਂ ਹੀ ਆ। ਮਾੜਾ ਜਿਹਾ ਘਰ ਦੇ ਵਿੱਚ ਕਿਤੇ ਕੋਈ ਲੜਾਈ ਝਗੜਾ ਹੋਇਆ, ਕੋਈ ਸਮਾਂ ਹੁੰਦਾ ਸੀ ਕਿ ਜਦੋਂ ਘਰ ਦੇ ਵਿੱਚ ਲੜਾਈ ਝਗੜਾ ਹੋਣਾ ਤਾਂ ਉਸ ਘਰ ਵਾਲੀ ਨੇ ਆਪਣੇ ਪੇਕਿਆਂ ਨੂੰ ਉਦੋਂ ਦੱਸਣਾ ਜਦੋਂ ਕਿਤੇ ਵਿਚਾਰਿਆਂ ਨੇ ਬਰੀ ਕਾਲੀ ਆਉਣਾ ਹੈ।
ਤੇ ਜਦ ਤੱਕ ਉਹਨਾਂ ਨੇ ਆਉਣਾ ਉਦੋਂ ਤੱਕ ਤਾਂ ਗੱਲ ਅੱਧੀ ਭੁੱਲ ਜਾਂਦੀ ਹੁੰਦੀ ਸੀ ਤੇ ਜਾਂ ਫਿਰ ਗੁੱਸਾ ਠੰਡਾ ਹੋ ਜਾਂਦਾ ਸੀ, ਮਨ ਮਨਈਆ ਹੋ ਜਾਂਦਾ ਸੀ। ਪਰ ਅੱਜ ਕੱਲ ਸਵੇਰੇ ਲੜ ਕੇ ਹਟੇ ਆ ਜੀ, ਹੱਲੇ ਹੱਥ ਦੇ ਵਿੱਚ ਫੋਨ ਹੁੰਦਾ ਹੀ ਆ, ਵੀਡੀਓ ਕਾਲਿੰਗ ਸ਼ੁਰੂ ਹੋ ਜਾਂਦੀ ਹੈ ਜੀ, ਸੱਸ ਦਾ ਬੋਲਣਾ ਵੀ ਦਿਖਾ ਦਿੱਤਾ ਜਾਂਦਾ ਆਪਣੇ ਪੇਕਿਆਂ ਨੂੰ, ਤੇ ਪੇਕੇ ਵੀ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਆ, ਕੱਢਦੇ ਗੱਡੀ ਜੀ 4-5 ਜਣੇ ਇਕੱਠੇ ਹੋ ਕੇ ਆ ਜਾਂਦੇ ਆ ਘਰ ਦੇ ਵਿੱਚ, ਤੇ ਉੱਥੇ ਘਰ ਦੇ ਵਿੱਚ ਆਣ ਕੇ ਘਮਸਾਨ ਮੱਚ ਜਾਂਦਾ। ਜਿਹੜੇ ਰਿਸ਼ਤੇ ਬੜੇ ਮਖਸੂਸ ਹੁੰਦੇ ਨੇ, ਪਿਆਰੇ ਹੁੰਦੇ ਨੇ, ਉਹਨਾਂ ਹੀ ਰਿਸ਼ਤਿਆਂ ਦਾ ਘਾਟ ਵੀ ਹੋ ਜਾਂਦਾ। ਬੋਲਬਾਣੀ ਜਿਹੜੀ ਉਹਨਾਂ ਦੀ ਦੇਖਣ ਵਾਲੀ ਹੁੰਦੀ, ਸਾਰਾ ਮੁਹੱਲਾ ਜਿਹੜਾ ਉਹ ਕੋਠੇ ਚੜ ਚੜ ਕੇ ਵੇਖਦਾ, ਗੱਲਾਂ ਬਾਤਾਂ ਜਿਹੜੀਆਂ ਵੱਧ ਜਾਂਦੀਆਂ ਨੇ, ਔਰ ਇਹ ਵਧੀਆਂ ਹੋਈਆਂ ਗੱਲਾਂ ਬਾਤਾਂ ਮੁੜ ਕੇ ਫਿਰ ਨਜਿੱਠੀਆਂ ਕਿੱਥੇ ਜਾਂਦੀਆਂ ਨੇ। ਤੁਹਾਨੂੰ ਪਤਾ ਬਹੁਤ ਸਾਰੇ ਲੋਕ ਵਾਬਸਤਾ ਹੋਏ ਹੋਣਗੇ, ਇਹ ਜਿਹੜੀਆਂ ਗੱਲਾਂ ਜ਼ਿਆਦਾ ਫਿਰ ਪਹਿਲਾਂ ਪੰਚਾਇਤ ਵਿੱਚ ਜਾਂਦੀਆਂ ਨੇ, ਪੰਚਾਇਤ ਤੋਂ ਬਾਅਦ ਫਿਰ ਥਾਣਿਆਂ ਦੇ ਵਿੱਚ ਜਾਂਦੀਆਂ ਨੇ, ਥਾਣਿਆਂ ਤੋਂ ਬਾਅਦ ਕਈ ਵਾਰ ਕਚਹਿਰੀਆਂ ਦੇ ਵਿੱਚ ਵੀ ਜਾਂਦੀਆਂ ਨੇ। ਹਾਂ, ਵਿੱਚ ਵਿਚਾਲੇ ਇੱਕ ਹੋਰ ਰਾਹ ਵੀ ਹੈਗਾ, ਮਹਿਲਾ ਕਮਿਸ਼ਨ। ਜੀ ਹਾਂ, ਮਹਿਲਾ ਕਮਿਸ਼ਨ ਦੇ ਕੋਲ ਵੀ ਇਹ ਗੱਲਾਂ ਪਹੁੰਚ ਜਾਂਦੀਆਂ ਨੇ ਤੇ ਮਹਿਲਾ ਕਮਿਸ਼ਨ ਵੀ ਫਿਰ ਆਪਣੀ ਦਖਲ ਅੰਦਾਜ਼ੀ ਕਰਦਾ ਹੈ। ਕਈ ਵਾਰ ਪੱਖ ਦੋਨਾਂ ਦਾ ਸੁਣਦਾ, ਕਈ ਵਾਰ ਇੱਦਾਂ ਵੀ ਹੋ ਜਾਂਦੀ ਹੈ ਕਿ ਕੁੜੀ ਦਾ ਪੱਖ ਭਾਰੂ ਹੋ ਜਾਂਦਾ, ਕਿਉਂਕਿ ਬਹੁਤ ਸਾਰੇ ਕਾਨੂੰਨ ਜਿਹੜੇ ਬਣੇ ਹੋਏ ਨੇ ਉਹ ਔਰਤ ਦੇ ਹੱਕ ਦੇ ਵਿੱਚ ਹੋਏ ਨੇ। ਹੁਣ ਔਰਤਾਂ ਦੀ ਲੜਾਈ ਦੇ ਵਿੱਚ ਪਿਸਦਾ ਕੌਣ ਆ? ਵਿਚਾਰਾ। ਹਾਂਜੀ, ਹੁਣ ਤੁਸੀਂ ਇਹ ਮਤ ਕਹੋ ਕਿ ਇਹਨੂੰ ਵਿਚਾਰੇ ਨੂੰ ਵਿਚਾਰਾ ਕਿਉਂ ਕਿਹਾ ਜਾਂਦਾ। ਬੰਦਾ ਵਿਚਾਰਾ ਇਸ ਕਰਕੇ ਹੁੰਦਾ ਕਿਉਂਕਿ ਬਹੁਤੀ ਵਾਰ ਉਹਦਾ ਲੜਾਈ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੁੰਦਾ, ਪਰ ਉਹ ਮੋਹਰਾ ਬਣ ਜਾਂਦਾ ਤੇ ਸਭ ਤੋਂ ਜ਼ਿਆਦਾ ਨੁਕਸਾਨ ਉਹਨੂੰ ਉਠਾਉਣਾ ਵੀ ਪੈ ਜਾਂਦਾ। ਜੀ ਹਾਂ, ਮਾਮਲੇ ਜਦੋਂ ਮਹਿਲਾ ਕਮਿਸ਼ਨ ਦੇ ਕੋਲ ਪਹੁੰਚਦੇ ਨੇ, ਹੁਣ ਮਹਿਲਾ ਕਮਿਸ਼ਨ ਤੇ ਤੁਹਾਡੇ ਘਰਾਂ ਦੇ ਵਿੱਚ ਆਣ ਕੇ ਕਿਸੇ ਤਰ੍ਹਾਂ ਦੀ ਕੋਈ ਦਖਲ ਅੰਦਾਜ਼ੀ ਕਰਦਾ ਨਹੀਂ। ਹਾਂ, ਉਹਦੇ ਬਣਿਆ ਕਿ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੇੜੇ ਲੈ ਕੇ ਆਂਦਾ ਜਾਵੇ, ਜਾਂ ਫਿਰ ਕਿਸੇ ਦੀ ਹੱਕ ਰਸੀ ਕੀਤੀ ਜਾਵੇ, ਤੇ ਜਾਂ ਜਿਹੜੇ ਕਿਤੇ ਹੱਕਾਂ ਦਾ ਘਾਣ ਕੀਤਾ ਜਾਵੇ ਉਹਨਾਂ ਨੂੰ ਫਿਰ ਨਜਿੱਠਿਆ ਜਾਵੇ। ਬਹੁਤ ਸਾਰੀਆਂ ਗੱਲਾਂ ਬਾਤਾਂ ਸਾਡੇ ਘਰਾਂ ਦੇ ਵਿੱਚੋਂ ਨਿਕਲ ਕੇ ਜਦੋਂ ਘਰ ਦੀ ਚੌਖੜ ਤੋਂ ਬਾਹਰ ਜਾਂਦੀਆਂ ਨੇ ਤਾਂ ਫਿਰ ਉਸ ਵੇਲੇ ਉਹ ਗੱਲਾਂ ਖਰੀਆਂ ਨਹੀਂ ਰਹਿੰਦੀਆਂ, ਖੋਟੀਆਂ ਬਣ ਜਾਂਦੀਆਂ ਨੇ। ਖਰੀਆਂ ਤੇ ਖੋਟੀਆਂ ਦੇ ਵਿੱਚ ਅੱਜ ਕੁਝ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਾਂਗੇ। ਫਿਲਹਾਲ ਇਸ ਵੇਲੇ ਸਮਾਂ ਜੀ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਖਰੀਆਂ ਖੋਟੀਆਂ ਤੁਸੀਂ ਦੇਖੋਗੇ ਇੱਕ ਨਵੇਂ ਰੰਗ ਦੇ ਵਿੱਚ। ਦਿਲ ਲਗਾ ਕੇ ਰੱਖਣਾ ਜੀ ਖਰੀਆਂ ਖੋਟੀਆਂ ਦੇ ਨਾਲ। ਤੁਹਾਡਾ ਆਪਣਾ ਖਾदिम ਜੂਲਰ, ਵਿਆਹ ਹੋਵੇ ਪੁੱਤ ਦਾ ਜਾਂ ਫਿਰ ਹੋਵੇ ਧੀ ਦਾ, ਆਪਣਿਆਂ ਦਾ ਪਿਆਰ ਤੇ ਵਿਸ਼ਵਾਸ, ਤੁਹਾਡਾ ਆਪਣਾ ਖਾदिम ਜੂਲਰ। ਪਿਆਰ ਹੋਵੇਗਾ ਤੁਹਾਡਾ ਤੇ ਵਿਸ਼ਵਾਸ ਹੋਵੇਗਾ ਸਾਡਾ। ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਹੀਰੇ ਵਰਗੀ ਚਮਕ, ਚਾਹੁੰਦੇ ਹੋ ਕੀਮਤੀ ਪਲਾਂ ਨੂੰ ਖੂਬਸੂਰਤ ਬਣਾਉਣਾ, ਤਾਂ ਫਿਰ ਜਲਦੀ ਪਹੁੰਚੋ ਖਾदिम ਜੂਲਰ, ਜਿੱਥੇ ਤੁਹਾਨੂੰ ਨਵੇਂ ਡਿਜ਼ਾਈਨਸ ਦੇ ਨਾਲ ਮਿਲਣਗੇ ਪਿਓਰ ਤੇ ਖੂਬਸੂਰਤ ਗਹਿਣੇ। ਸ਼ੁੱਧਤਾ ਤੇ ਭਰੋਸੇ ਦਾ ਨਾਮ ਹੈ ਸਿਰਫ ਤੇ ਸਿਰਫ ਖਾदिम ਜੂਲਰ। ਗੱਲ ਮੈਰਿਜ ਰਿੰਗ ਦੀ ਹੋਵੇ ਜਾਂ ਫਿਰ ਹੋਵੇ ਕੰਨਾਂ ਦੇ ਝੁਮਕਿਆਂ ਦੀ, ਜਾਂ ਫਿਰ ਹੋਵੇ ਗਲ ਦੇ ਰਾਣੀ ਹਾਰ ਦੀ, ਗੱਲ ਹੋਵੇ ਹੱਥਾਂ ਦੇ ਖੂਬਸੂਰਤ ਚੂੜੀਆਂ ਦੀ, ਤੁਹਾਡੀਆਂ ਖੁਸ਼ੀਆਂ ਦੇ ਵਿੱਚ ਖਰੇ ਸੋਨੇ ਵਾਂਗ ਚਮਕਦਾ ਏ। ਖਾदिम ਜੂਲਰ ਹਰ ਪ੍ਰਕਾਰ ਦੇ ਗਹਿਣਿਆਂ ਦੀ ਇੱਕ ਵੱਡੀ ਰੇਂਜ ਤੇ ਅਨਬਲੀਵੇਬਲ ਪ੍ਰਾਈਸ। ਤਾਂ ਫਿਰ ਹੈ ਨਾ ਖੁਸ਼ਖਬਰੀ। ਰਿਸ਼ਤਿਆਂ ਦੀਆਂ ਤੰਦਾਂ ਨੂੰ ਸੁਨਹਿਰੀ ਅਤੇ ਪਿਆਰ ਭਰੀਆਂ ਗੰਢਾਂ ਦੇਣ ਦੇ ਲਈ ਖਾदिम ਜੂਲਰ ਆਪਦੀ ਸੇਵਾ ਦੇ ਵਿੱਚ ਹਾਜ਼ਰ ਹੈ। ਰਿਸ਼ਤਿਆਂ ਦੀ ਬੁੱਕਲ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਹਮੇਸ਼ਾ ਤਿਆਰ ਤੁਹਾਡਾ ਆਪਣਾ ਖਾदिम ਜੂਲਰ। ਖਾदिम ਜੂਲਰ ਦੀ ਵੰਨ-ਸੁਵੰਨਤਾ ਤੁਹਾਡੇ ਰਿਸ਼ਤਿਆਂ ਨੂੰ ਪਿਆਰ ਭਰੇ ਰੰਗ ਦੇ ਵਿੱਚ ਹਮੇਸ਼ਾ ਤੁਹਾਡੇ ਨਾਲ। ਵੈਰਾਈਟੀ ਅਤੇ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ। ਹਮੇਸ਼ਾ ਆਪਣੇ ਪਿਆਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ। ਆਪਣੇ ਚਾਵਾਂ, ਉਮੰਗਾਂ ਤੇ ਖੁਸ਼ੀਆਂ ਨੂੰ ਪੂਰਾ ਕਰਨ ਦੇ ਲਈ ਪਹੁੰਚੋ ਆਪਣੇ ਸਭ ਤੋਂ ਪੁਰਾਣੇ ਤੇ ਸਭ ਤੋਂ ਪਪੂਲਰ ਜੂਲਰ, ਜਿਸ ਦਾ ਨਾਮ ਹੈ ਖਾदिम ਜੂਲਰ। ਤੁਹਾਡੇ ਆਪਣੇ ਸ਼ਹਿਰ ਸੈਕਰਾਮੈਂਟੋ 'ਚ 7386 Stockton Boulevard, Suite L, Sacramento 95823। ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੁਹਾਡਾ ਸਵਾਗਤ ਹੈ ਜੀ ਖਰੀਆਂ ਖੋਟੀਆਂ ਦੇ ਵਿੱਚ। ਤੇ ਅੱਜ ਅਸੀਂ ਖਰੀਆਂ ਖੋਟੀਆਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਪਣੇ ਘਰਾਂ ਦੀਆਂ, ਘਰਾਂ ਤੋਂ ਬਾਹਰ ਦੀਆਂ, ਔਰ ਨਾਲ ਦੀ ਨਾਲ
ਹੋਰ ਵੀ ਬਹੁਤ ਸਾਰੀਆਂ ਗੱਲਾਂ ਔਰ ਸਾਡੀਆਂ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਸਾਥ ਦੇਣ ਦੇ ਲਈ ਅੱਜ ਸਾਡੇ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੈਂਬਰ ਕਰਨਪ੍ਰੀਤ ਕੌਰ ਧਾਮੀ ਜੀ ਨੇ। ਤੁਹਾਡਾ ਸਭ ਤੋਂ ਪਹਿਲਾਂ ਸਵਾਗਤ। ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਸੁਣਾਓ ਕਿਵੇਂ, ਸਭ ਠੀਕ ਠਾਕ ਹੈ? ਬਿਲਕੁਲ ਠੀਕ ਹੈ ਜੀ। ਤੇ ਸਗੋਂ ਜ਼ਿਆਦਾ ਠੀਕ ਹੈ। ਮੈਂ ਤੁਹਾਡੀਆਂ ਪਹਿਲੀਆਂ ਗੱਲਾਂ ਸੁਣੀਆਂ ਆ। ਅੱਛਾ। ਤੇ ਮੈਨੂੰ ਚੰਗਾ ਲੱਗਿਆ ਹੈ ਮਹਿਲਾ ਕਮਿਸ਼ਨ ਦੀ ਮੈਂਬਰ ਹੋਣ ਦੇ ਨਾਤੇ ਵੀ ਬੰਦੇ ਮਰਦ ਨੇ ਅੱਜ ਖੁਦ ਹੀ ਮੰਨਿਆ ਕਿ ਉਹ ਵਿਚਾਰਾ ਹੈ। ਅਸੀਂ ਵਿਚਾਰੇ ਹਾਂ ਜੀ। ਤੇ ਮੈਨੂੰ ਚੰਗਾ ਲੱਗ ਰਿਹਾ ਹੈ ਕਿ ਔਰਤ ਜਿਹੜੀ ਹੈ ਉਹ ਸ਼ਕਤੀਸ਼ਾਲੀ ਹੋ ਗਈ ਹੈ। ਨਹੀਂ, ਸੱਚੀ ਮੁੱਚ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋ ਗਈ ਆ। ਪਹਿਲਾਂ ਕਿਹਾ ਜਾਂਦਾ ਸੀ ਕਿ ਇਹ ਜਿਹੜਾ ਸਮਾਜ ਹੈ ਸਾਡਾ ਮਰਦ ਪ੍ਰਧਾਨ ਸਮਾਜ ਹੈ, ਪਰ ਤੁਸੀਂ ਸੱਚੋ ਸੱਚੀ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸਿਓ ਕਿ ਸੱਚੀ ਮੁੱਚ ਹੁਣ ਅਜਿਹਾ ਰਹਿ ਗਿਆ? ਐਕਚੁਅਲੀ ਜਿਹੜਾ ਪ੍ਰਧਾਨੀ ਵਾਲਾ ਜਿਹੜਾ ਤਖਤਾ ਹੈ ਨਾ, ਉਹ ਬੰਦੇ ਨੇ ਫੜ ਕੇ ਰੱਖਿਆ ਹੋਇਆ ਹੈ। ਭਾਵੇਂ ਜਿਹੜੀ ਕੰਮ ਸਾਰਾ ਹੈਗਾ ਉਹ ਔਰਤ ਕਰ ਰਹੀ ਹੈ, ਪਰ ਤਖਤਾ ਅਜੇ ਵੀ ਮਰਦ ਜਿਹੜਾ ਉਹ ਛੱਡਣਾ ਨਹੀਂ ਚਾਹੁੰਦਾ। ਜਿਹੜੀ ਕਿ ਹਲੇ ਸਿਰਫ ਨੇਮ ਪਲੇਟ ਹੀ ਟੰਗੀ ਹੋਈ ਹੈ, ਘਰ ਦੇ ਵਿੱਚ ਰਾਜ ਜਿਹੜਾ ਆ ਉਹ ਔਰਤ ਦਾ ਚੱਲ ਰਿਹਾ। ਦੇਖੋ ਠੀਕ ਹੈ, ਅਸੀਂ ਇਹ ਗੱਲ ਕਹਿੰਦੇ ਹਾਂ ਕਿ ਆਪਸੀ ਸਹਿਮਤੀ ਦੇ ਨਾਲ ਘਰਾਂ ਦੇ ਵਿੱਚ ਇਹ ਛੋਟੇ ਛੋਟੇ ਜਿਹੜੇ ਕਿ ਪਰਿਵਾਰ ਹੁੰਦੇ ਨੇ, ਅੱਜ ਤਾਂ ਪਰਿਵਾਰ ਵੀ ਬਹੁਤ ਛੋਟੇ ਹੋ ਗਏ ਨੇ। ਕੋਈ ਸਮਾਂ ਹੁੰਦਾ ਸੀ ਵੱਡੇ ਵੱਡੇ ਪਰਿਵਾਰ ਹੁੰਦੇ ਸੀਗੇ, ਦਿਓਰ ਜੇਠ ਸਾਰੇ ਹੁੰਦੇ ਸੀਗੇ, ਉੱਥੇ ਤਾਂ ਝਗੜੇ ਹੋਣ ਦਾ ਜ਼ਿਆਦਾ ਬਣਦਾ ਹੁੰਦਾ ਸੀ। ਅੱਜ ਕੱਲ੍ਹ ਜਿਹੜੇ ਝਗੜੇ ਨੇ ਤੁਹਾਡੇ ਹਿਸਾਬ ਦੇ ਨਾਲ ਜ਼ਿਆਦਾ ਕਿਉਂ ਹੋਣ ਲੱਗ ਪਏ ਨੇ? ਦਰਅਸਲ ਪਹਿਲਾਂ ਜਿਹੜੀਆਂ ਪਰਿਵਾਰ ਸਾਡੇ ਵੱਡੇ ਪਰਿਵਾਰ ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ, ਤੇ ਵੱਡੇ ਪਰਿਵਾਰਾਂ ਦੇ ਵਿੱਚ ਜਿਹੜੀ ਨੈਤਿਕ ਸਿੱਖਿਆ ਆ ਨਾ ਲੜਕੀਆਂ ਨੂੰ ਲੜਕਿਆਂ ਨੂੰ ਉਹ ਪਰਿਵਾਰ ਦੇ ਵਿੱਚੋਂ ਮਿਲਦੀ ਹੁੰਦੀ ਸੀ। ਲੜਕੇ ਜਿਹੜੇ ਆ ਉਹ ਘਰ ਦੇ ਜਿਹੜੇ ਮਰਦ ਆ ਉਹਨਾਂ ਨੂੰ ਦੇਖਦੇ ਸੀਗੇ ਕਿ ਉਹ ਕਿਵੇਂ ਬਿਹੇਵ ਕਰਦੇ ਆ। ਸਾਡੇ ਘਰ ਕੋਈ ਆਇਆ ਹੈ, ਕੋਈ ਲੜਾਈ ਝਗੜੇ ਵਾਲਾ, ਕੋਈ ਪਿੰਡ ਦਾ ਕੋਈ ਆਸ-ਪਾਸ ਤੋਂ ਘਰ ਸਾਡੇ ਆਇਆ ਹੈ, ਉਹਨਾਂ ਨੂੰ ਕਿੱਦਾਂ ਉਹ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ, ਉਹਨਾਂ ਤੋਂ ਉਹ ਚੀਜ਼ਾਂ ਫਿਰ ਇੱਕ ਦੂਜੇ ਦੇ ਨਾਲ ਮਿਲ ਵਰਤਣ ਦੇ ਨਾਲ ਰਹਿਣਾ, ਉਹ ਚੀਜ਼ਾਂ ਜਿਹੜੀਆਂ ਉਹ ਵੱਡੇ ਪਰਿਵਾਰਾਂ ਚੋਂ ਹੀ ਸਿੱਖੀਆਂ ਜਾਂਦੀਆਂ ਸੀਗੀਆਂ। ਕੋਈ ਚੀਜ਼ ਜਿਹੜੀ ਆਪਣੀ ਆ ਉਹ ਸ਼ੇਅਰ ਕਰਨੀ ਹੈ ਇੱਕ ਦੂਜੇ ਦੇ ਨਾਲ, ਉਹਨਾਂ ਚੀਜ਼ਾਂ ਦਾ ਜਿਹੜਾ ਨਾ ਬੜਾ ਅਸਰ ਰਹਿੰਦਾ ਸੀ। ਹੁਣ ਕਿਉਂਕਿ ਸਿਰਫ ਨਿਊਟਰਲ ਫੈਮਲੀਜ਼ ਹੋ ਗਈਆਂ ਨੇ, ਮਾਤਾ ਪਿਤਾ ਨੇ ਤੇ ਬੱਚੇ ਨੇ, ਬੱਚਾ ਵੀ ਜਿਹੜਾ ਹੈ ਸਕੂਲ ਜਾਂਦਾ ਹੈ ਤੇ ਸਕੂਲੋਂ ਘਰ ਆਉਂਦਾ ਹੈ, ਤੇ ਜਿਹੜੀ ਉਹ ਨੈਤਿਕ ਸਿੱਖਿਆ ਉਹਨੇ ਜਿਹੜਾ ਸੋਸ਼ਲ ਫੈਕਟਰ ਸੀਗਾ ਨਾ, ਉਹ ਸੋਸ਼ਲ ਫੈਕਟਰ ਦੇ ਵਿੱਚ ਬਹੁਤ ਕਮੀ ਆਈ ਹੈ। ਸੋ ਉਹਦੇ ਕਰਕੇ ਜਿਹੜੀ ਅਸੀਂ ਕਹਿ ਲਈਏ ਕਿ ਸਾਡਾ ਜਿਹੜਾ ਮਨ ਹੈਗਾ ਨਾ ਉਹ ਥੋੜਾ ਸੁੰਗੜ ਗਿਆ ਹੈ, ਜਿਹੜਾ ਅੱਗੇ ਵਿਸ਼ਾਲ ਹੁੰਦਾ ਸੀ ਤੇ ਉਹਦੀ ਵਿਸ਼ਾਲਤਾ ਜਿਹੜੀ ਆ ਉਹ ਕਿਉਂਕਿ ਹੁਣ ਸੁੰਗੜ ਗਈ ਹੈ। ਤੇ ਜਿਹੜੀ ਚੀਜ਼ ਸੁੰਗੜ ਜਾਵੇ, ਜਿਹੜੀ ਨਦੀ ਹੈ, ਨਦੀ ਦਾ ਜੇ ਟੋਭਾ ਬਣ ਜਾਵੇ ਤੇ ਉਹਦਾ ਉਹ ਫਿਰ ਮੁਸ਼ਕ ਜਾਂਦਾ ਆ। ਸੋ ਉਹੀ ਹੋ ਰਿਹਾ ਹੈ ਕਿ ਸਮਾਜ ਦੇ ਵਿੱਚ ਜਿਹੜੀ ਉਹ ਅਰਾਜਕਤਾ ਜਿਹੜੀ ਵੱਧ ਰਹੀ ਹੈ ਨਾ, ਉਹਦਾ ਮੇਨ ਕਾਰਨ ਇਹੋ ਹੈਗਾ ਆ ਕਿ ਜਿਹੜਾ ਸਾਡਾ ਸਮਾਜ ਜਿਹੜਾ ਹੈ ਨਾ ਉਹਦੇ ਵਿੱਚ ਜਿਹੜਾ ਪਰਿਵਾਰ ਸੀ ਉਹ ਛੋਟਾ ਛੋਟਾ ਹੁੰਦਾ ਬਹੁਤ ਜ਼ਿਆਦਾ ਸੀਮਿਤ ਹੋ ਕੇ ਰਹਿ ਗਿਆ। ਬਿਲਕੁਲ ਜੀ। ਸਮਾਜ ਦੇ ਵਿੱਚ ਸਾਡੇ ਜਿਹੜੇ ਕਿ ਪਹਿਲਾਂ ਜੇਕਰ ਅਸੀਂ ਦੇਖਿਆ ਜਾਈਏ ਕਿ ਸਾਡੇ ਪਰਿਵਾਰ ਜਿਹੜੇ ਆ ਬੜੇ ਵੱਡੇ ਹੁੰਦੇ ਸੀਗੇ, ਉੱਥੋਂ ਨੈਤਿਕ ਸਿੱਖਿਆ ਜਿਹੜੀ ਮਿਲਦੀ ਹੁੰਦੀ ਸੀ, ਆਪਸ ਦੇ ਵਿੱਚ ਜੀਣ ਦੀ, ਵਿਚਰਨ ਦੀ, ਬਹੁਤ ਸਾਰੀਆਂ ਕੁਰਬਾਨੀਆਂ, ਤਿਆਗ ਔਰ ਪਿਆਰ ਮੁਹੱਬਤ ਜਿਹੜਾ। ਪਰ ਅੱਜ ਕੱਲ੍ਹ ਅਸੀਂ ਛੋਟੇ ਛੋਟੇ ਘਰਾਂ ਦੇ ਵਿੱਚ ਰਹਿੰਦੇ ਹੋਏ ਵੀ ਉਹ ਚੀਜ਼ਾਂ ਜਿਹੜੀਆਂ ਨਹੀਂ ਸਿੱਖ ਰਹੇ, ਕਿਉਂਕਿ ਦੋਨੋਂ ਕੰਮ ਕਾਜੀ ਵੀ ਨੇ। ਅੱਜ ਮਾਂ ਵੀ ਕੰਮ ਕਰਦੀ ਹੈ, ਪਿਓ ਵੀ ਕੰਮ ਕਰਦਾ ਹੈ, ਬੱਚੇ ਸਕੂਲ ਜਾਂਦੇ ਨੇ, ਵਾਪਸ ਆਉਂਦੇ ਨੇ, ਟਿਊਸ਼ਨ ਤੇ ਚਲੇ ਜਾਂਦੇ ਨੇ, ਬੱਚੇ ਮਾਂ-ਬਾਪ ਦੇ ਕੋਲ ਰਹਿੰਦੇ ਨਹੀਂ। ਕੋਈ ਸਮਾਂ ਹੁੰਦਾ ਸੀ ਕਿ ਬੱਚੇ ਮਾਂ-ਬਾਪ ਦੇ ਘਨੇੜੀ ਚੜੇ ਰਹਿੰਦੇ ਸੀ। ਕਿਤੇ ਇਹ ਕਾਰਨ ਤਾਂ ਨਹੀਂ ਕਿ ਸਾਡੇ ਘਰਾਂ ਦੇ ਵਿੱਚ ਜਿਹੜੇ ਦੋ ਭਾਂਡੇ ਨੇ ਜ਼ਿਆਦਾ ਖੜਕਣ ਲੱਗ ਪਏ ਨੇ? ਦਰਅਸਲ ਹੁੰਦਾ ਕੀ ਸੀਗਾ ਕਿ ਅਸੀਂ ਅੱਜ ਵੀ ਕਹਿੰਦੇ ਆ ਕਿ ਜਿਹੜੀ ਵੀ ਬੱਚਾ ਹੈ ਉਹਦੀ ਸ਼ਖਸੀਅਤ ਘੜਨ ਦੇ ਵਿੱਚ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਤੇ ਜਦੋਂ ਮਾਂ ਜਿਹੜੀ ਘਰ ਰਹਿੰਦੀ ਹੈ, ਈਵਨ ਬਹੁਤ ਸਾਰੀਆਂ ਮਾਵਾਂ ਉਹ ਨੇ ਜਿਹੜੀਆਂ ਬਾਹਰ ਕੰਮ ਵੀ ਕਰਦੀਆਂ ਨੇ, ਪਰ ਆਪਣੇ ਬੱਚਿਆਂ ਦੀ ਜਿਹੜੀ ਹੈਗੀ ਉਹਨਾਂ ਦੇ ਪ੍ਰਤੀ ਜੋ ਵੀ ਉਹਨਾਂ ਦਾ ਰੋਲ ਹੈ ਉਹਨੂੰ ਬਾਖੂਬੀ ਜਿਹੜੀਆਂ ਉਹ ਨਿਭਾ ਰਹੀਆਂ ਨੇ। ਪਰ ਜਿੱਥੇ ਉਹ ਮਾਂ ਦਾ ਰੋਲ ਥੋੜਾ ਜਿਹਾ ਘਟਦਾ ਆ, ਕਿਉਂਕਿ ਅਸੀਂ ਜਿੰਨੇ ਮਰਜ਼ੀ ਆਪਣੇ ਰਾਈਟਸ ਦੀ ਗੱਲ ਕਰ ਲਈਏ ਕਿ ਸਾਨੂੰ ਜਿਹੜੇ ਉਹ ਕਾਨੂੰਨੀ ਹੱਕ ਮਿਲੇ ਹੋਏ ਹੈ, ਸਾਨੂੰ ਜਿਹੜੇ ਹੈਗੇ ਆ ਉਹ ਸੰਵਿਧਾਨਕ ਹੱਕ ਮਿਲੇ ਹੋਏ ਨੇ ਔਰਤਾਂ ਨੂੰ, ਤੇ ਉਹਨਾਂ ਹੱਕਾਂ ਤੋਂ ਬਿਨਾਂ ਜਿਹੜੀ ਔਰਤ ਦੀ ਅਸੀਂ ਬਾਇਓਲੋਜੀਕਲ ਉਹਦਾ ਅਸੀਂ ਅਗਰ ਸਰਵੇਖਣ ਕਰੀਏ ਸਾਰਾ, ਤੇ ਬਾਇਓਲੋਜੀਕਲੀ ਜਿਹੜਾ ਹੈਗਾ ਆ ਅਕਸਰ ਇਨਸਾਨ ਬੱਚੇ ਨੂੰ ਜਨਮ ਜਿਹੜਾ ਹੈ ਉਹ ਔਰਤ ਨੇ ਦੇਣਾ ਆ। ਉਹਦੀ ਜਿਹੜੀ ਅਸੀਂ ਮਾਵਾਂ ਨੂੰ ਦੋ ਤਰ੍ਹਾਂ ਦੇ ਨਾਲ ਅਸੀਂ ਵਿਸ਼ਲੇਸ਼ਣ ਕਰਦੇ ਹਾਂ, ਇੱਕ ਜਨਨੀ ਤੇ ਇੱਕ ਪਾਲਣ ਵਾਲੀ। ਸੋ ਜਿਹੜੀ ਜਨਨੀ ਤੇ ਉਹ ਤੋਂ ਵੀ ਪਾਲਣ ਵਾਲੀ ਮਾਂ ਨੂੰ ਵੱਧ ਦਰਜਾ ਦਿੱਤਾ ਗਿਆ ਹੈ ਸਾਡੇ ਗ੍ਰੰਥਾਂ ਦੇ ਵਿੱਚ, ਤੇ ਉਹ ਪਾਲਣ ਵਾਲੀ ਨੂੰ ਵੱਧ ਦਰਜਾ ਦਿੱਤਾ ਹੀ ਤਾਂ ਗਿਆ ਹੈ ਕਿ ਜਿਹੜੀ ਸ਼ਖਸੀਅਤ ਹੈ ਉਹ ਮਾਂ ਨੇ ਘੜਨੀ ਹੈ। ਸੋ ਮਾਂ ਦੀ ਬਹੁਤ ਜ਼ਿਆਦਾ ਜਿਹੜੀ ਉਹਦੀ ਕੰਮ ਹੈਗਾ ਆ ਕਿ ਬੱਚੇ ਦੀ ਜਿਹੜੀ ਸ਼ਖਸੀਅਤ ਹੈ, ਪੜ੍ਹਾਈ ਤੋਂ ਲੈ ਕੇ ਬਾਹਰ ਵਿਚਰਨਾ ਕਿੱਦਾਂ ਹੈ, ਕੋਈ ਗੱਲ ਹੈ ਅੱਜ ਕੱਲ੍ਹ ਚਲੋ ਜੇ ਬੱਚੇ ਬਾਹਰ ਨਹੀਂ ਜਾਂਦੇ
ਘਰ ਦੇ ਵਿੱਚ ਕੋਈ ਸੀਰੀਅਲ ਦੇਖ ਰਹੇ ਨੇ, ਕੋਈ ਅਖਬਾਰਾਂ ਦੇ ਵਿੱਚ ਕੋਈ ਖਬਰ ਪੜ੍ਹ ਰਹੇ ਨੇ, ਤੇ ਉਹ ਖਬਰ ਪੜ੍ਹ ਕੇ ਮਾਂ ਜਿਹੜੀ ਹੈ ਉਹਨਾਂ ਨੂੰ ਸਮਝਾ ਤੇ ਸਕਦੀ ਹੈ ਨਾ ਕਿ ਹਾਂ ਦੇਖੋ ਇੱਥੇ ਆ ਹੋਇਆ, ਜੇ ਇੱਥੇ ਏਦਾਂ ਬੇਟਾ ਇਹ ਨਾ ਕਰਦੇ ਤੇ ਇਹ ਏਦਾਂ ਹੁੰਦਾ। ਸੋ ਉਹ ਜਿਹੜੀ ਚੀਜ਼ਾਂ ਬੱਚੇ ਨੇ ਬਾਹਰੋਂ ਸਿੱਖਣੀਆਂ ਸੀਗੀਆਂ ਉਹ ਮਾਵਾਂ ਘਰੋਂ ਸਿਖਾਉਣਗੀਆਂ, ਤੇ ਫਿਰ ਜਿਹੜੀ ਹੈਗੀ ਬੱਚੇ ਦੀ ਜਿਹੜੀ ਸੋਚ ਹੈਗੀ ਹੈ ਉਹ ਥੋੜੀ ਜਿਹੀ ਡਿਵੈਲਪ ਹੋਣੀ ਸ਼ੁਰੂ ਹੋਏਗੀ। ਬਿਲਕੁਲ ਜੀ। ਔਰ ਜੇਕਰ ਅਸੀਂ ਗੱਲ ਕਰਦੇ ਹਾਂ, ਅੱਜ ਸਾਡੇ ਜਿਹੜੇ ਬੱਚੇ ਆ ਉਹ ਤਾਂ ਜ਼ਿੱਦੀ ਹੋ ਗਏ, ਕੁੜੀਆਂ ਵੀ ਲਾ ਲਈਏ ਮੁੰਡੇ ਵੀ ਲਾ ਲਈਏ, ਜ਼ਿੱਦੀ ਬਹੁਤ ਹੋ ਗਿਆ। ਇਹ ਜਿਹੜੀ ਜ਼ਿੱਦ ਆ ਨਾ, ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ ਨਿਬੜ ਜਾਂਦੇ ਨੇ। ਕੁੜੀਆਂ ਦਾ ਬਹੁਤ ਜ਼ਿਆਦਾ ਜ਼ਿੱਦੀ ਹੋਣਾ। ਕੁੜੀਆਂ ਅੱਜ ਕੱਲ ਮੁੰਡਿਆਂ ਵਾਂਗ ਰਹਿਣਾ ਪਸੰਦ ਕਰਦੀਆਂ ਨੇ, ਕਿਉਂਕਿ ਤੁਸੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੈਂਬਰ ਹੋ। ਤੁਹਾਡੇ ਕੋਲੋਂ ਇਹ ਸਵਾਲ ਬਣਦਾ ਹੈ ਕਿ ਕੁੜੀਆਂ ਅੱਜ ਕੱਲ ਮੁੰਡਿਆਂ ਵਾਂਗੂ ਰਹਿਣਾ ਪਸੰਦ ਕਰਦੀਆਂ ਨੇ, ਜ਼ਿੱਦੀ ਹੋ ਗਈਆਂ ਨੇ। ਉਹੋ ਜਿਹੀ ਜੀਵਨ ਜਾਚ ਜਿਹੜੀ ਉਹਨਾਂ ਨੇ ਸਿੱਖ ਲਈ ਆ। ਇੱਕ ਔਰਤ ਤੇ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਕੁਦਰਤ ਆ, ਜੇ ਉਹ ਕੁਦਰਤ ਵਾਂਗੂ ਰਵੇ ਤਾਂ ਕਿੰਨਾ ਸੋਹਣਾ ਲੱਗਦਾ ਹੈ। ਤੇ ਜੇਕਰ ਉਹੀ ਸੁਨਾਮੀ ਬਣ ਜਾਵੇ, ਭੁਚਾਲ ਬਣ ਜਾਵੇ, ਤੂਫਾਨ ਬਣ ਜਾਵੇ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਘਰਾਂ ਦੇ ਵਿੱਚ ਤਿੜਕਣਾ ਆਉਣਗੀਆਂ? ਐਕਚੁਅਲੀ ਜਿਹੜੀ ਅਸੀਂ ਕਹਿ ਦਿੰਦੇ ਨਾ ਕਿ ਸੋਚ ਨੂੰ ਜਿਹੜੇ ਆ ਉਹ ਖੰਭ ਲਾਉਣੇ, ਉਹ ਅਸੀਂ ਖੰਭ ਜਿਹੜੇ ਆ ਉਹ ਠੀਕ ਥਾਂ ਤੇ ਨਹੀਂ ਜਾਣ ਤੇ ਲਾਏ ਜੀ। ਉਹ ਖੰਭ ਜਿਹੜੇ ਆ ਦਰਅਸਲ ਉਹ ਸਾਡੀ ਸੋਚ ਨੂੰ ਲੱਗਣੇ ਚਾਹੀਦੇ ਸੀਗੇ, ਪਰ ਉਹ ਜਿਹੜੀ ਸੋਚ ਨੂੰ ਲੱਗਣ ਦੀ ਥਾਂ ਤੇ ਉਹ ਜਿਹੜੇ ਨੇ ਉਹ ਤਿੱਤਰ ਬਿੱਤਰ ਜੇ ਹੁੰਦੇ ਮਹਿਸੂਸ ਹੋ ਰਹੇ ਨੇ ਜੀ। ਇੱਕ ਗੱਲ ਆਉਂਦੀ ਹੈ ਕਿ ਔਰਤ ਜੇ ਘਰੋਂ ਬਾਹਰ ਨਿਕਲਦੀ ਹੈ ਤੇ ਉਹਦਾ ਜਿਹੜਾ ਹੈਗਾ ਆ ਲੈਵਲ ਜੇ ਵੱਡਾ ਹੁੰਦਾ ਹੈ ਤੇ ਉਹਦੇ ਲਈ ਇਕਨੋਮਿਕਲ ਫੈਕਟਰ ਜਿਹੜਾ ਹੈਗਾ ਆ ਉਹ ਫਾਈਨੈਂਸ਼ੀਅਲੀ ਜਿਹੜੀ ਆ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ। ਹੁਣ ਜਿਹੜੀ ਔਰਤ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਜਾਂਦੀ ਹੈ ਉਹ ਫਿਰ ਚਾਹੁੰਦੀ ਹੈ ਕਿ ਅੱਛਾ ਮੈਂ ਹੁਣ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੈ, ਮੇਰੇ ਕੋਲ ਆਪਣਾ ਪੈਸਾ ਹੈਗਾ ਆ ਤੇ ਮੈਂ ਤੇ ਫਿਰ ਹੁਣ ਆ ਵੀ ਕਰ ਸਕਦੀ ਹਾਂ, ਮੈਂ ਹੁਣ ਆ ਵੀ ਕਰ ਸਕਦੀ ਹਾਂ, ਮੈਂ ਆ ਵੀ ਕਰ ਸਕਦੀ ਹਾਂ। ਸੋ ਕਿਸੇ ਤਰ੍ਹਾਂ ਉਹ ਇੱਕ ਤਰ੍ਹਾਂ ਜਿਹੜੀ ਹੈਗੀ ਘਰ ਦੇ ਨਾਲੋਂ ਟੁੱਟਣਾ ਸ਼ੁਰੂ ਹੋ ਜਾਂਦੀ ਹੈ। ਸੋ ਜਿਹੜੀਆਂ ਔਰਤਾਂ ਨੇ ਸਾਨੂੰ ਹਮੇਸ਼ਾ ਇਹ ਗੱਲ ਚੇਤਾ ਰੱਖਣੀ ਚਾਹੀਦੀ ਹੈ ਕਿ ਸਾਡੇ ਔਰਤ ਦੇ ਨਾਲ ਇੱਕ ਪਰਿਵਾਰ ਬੱਝਿਆ ਹੋਇਆ ਹੈ ਤੇ ਸਾਡੀਆਂ ਜਿਹੜੀਆਂ ਸਮਾਜਿਕ ਜ਼ਿੰਮੇਵਾਰੀਆਂ ਆ, ਅਸੀਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਨਾ ਭੱਜੀਏ ਜੀ। ਫਾਈਨੈਂਸ਼ੀਅਲੀ ਜਿਹੜਾ ਇੰਡੀਪੈਂਡੈਂਟ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਹੁਣ ਕਲੱਬਾਂ 'ਚ ਜਾਈਏ ਤੇ ਅਸੀਂ ਹੁਣ ਸ਼ਰਾਬਾਂ ਪੀ ਜਾਈਏ ਤੇ ਅਸੀਂ ਉਹ ਕੰਮ ਕਰੀ ਜਾਈਏ ਜਿਹੜੇ ਸਾਨੂੰ ਸੋਭਾ ਨਹੀਂ ਦਿੰਦੇ। ਜਿਵੇਂ ਤੁਸੀਂ ਆਖਿਆ ਔਰਤ ਤੇ ਵਾਕਈ ਔਰਤ ਸ਼ਬਦ ਹੀ ਇੱਕ ਹੁਸਨ ਹੈ, ਖੂਬਸੂਰਤੀ ਹੈ। ਹਾਂ, ਸੋ ਉਹ ਜਿਹੜਾ ਹੁਸਨ ਜਿਹੜਾ ਹੈਗਾ ਸ਼ੁਰੂ ਤੋਂ ਕਿੰਨੇ ਮਤਲਬ ਆਦਿਕਾਲ ਤੋਂ ਸ਼ੁਰੂ ਹੋਇਆ ਆ। ਔਰਤ ਦੀ ਜਿਹੜੀ ਇੱਕ ਉਹਦੀ ਨੈਤਿਕ ਜ਼ਿੰਮੇਵਾਰੀ ਕਹਿ ਲਓ ਜਾਂ ਉਹਦਾ ਜਿਹੜਾ ਪੋਰਟਰੇਅਲ ਬਣਾਇਆ ਜਾਂਦਾ ਹੈ ਹਮੇਸ਼ਾ, ਸੋ ਉਹ ਪੋਰਟਰੇਅਲ ਜਿਹੜਾ ਔਰਤ ਦਾ ਹੈ ਉਹਨੂੰ ਅਸੀਂ ਖੇਰੂ ਨਾ ਕਰੀਏ। ਬਿਲਕੁਲ ਜੀ। ਔਰ ਕਿਉਂਕਿ ਇਹ ਜਿਹੜੀ ਆਜ਼ਾਦੀ ਹੈ ਨਾ, ਆਜ਼ਾਦੀ ਦੇ ਮਾਇਨੇ ਜਿਹੜੇ ਆ ਅਜੇ ਗਲਤ ਕੱਢ ਲਏ ਤੇ ਉਸ ਕਰਕੇ ਹੀ ਸਾਡੀਆਂ ਜਿਹੜੀਆਂ ਕੁੜੀਆਂ ਨੇ ਉਹ ਥੋੜਾ ਜਿਹਾ ਥਿੜਕ ਗਈਆਂ ਨੇ ਆਪਣੇ ਪੈਂਡੇ ਤੋਂ। ਔਰ ਜਦੋਂ ਫਿਰ ਉਹਨਾਂ ਦੇ ਵਿਆਹ ਹੁੰਦੇ ਨੇ, ਵਿਆਹ ਹੋ ਕੇ ਘਰਾਂ ਦੇ ਵਿੱਚ ਆ ਜਾਂਦੀਆਂ ਨੇ ਤਾਂ ਉੱਥੇ ਵੀ ਉਹ ਆਜ਼ਾਦੀ ਭਾਲਦੀਆਂ ਨੇ। ਹੋਣੀ ਵੀ ਚਾਹੀਦੀ ਹੈ ਹਰ ਕੰਮ ਦੀ ਤੁਹਾਨੂੰ ਆਜ਼ਾਦੀ, ਪਰ ਨਾਲ ਦੀ ਨਾਲ ਕੁਝ ਰਿਸ਼ਤਿਆਂ ਦੀ ਮਰਿਆਦਾ ਵੀ ਹੁੰਦੀ ਹੈ। ਆਜ਼ਾਦੀ ਮਰਿਆਦਾ ਨੂੰ ਤੋੜ ਕੇ ਕਦੇ ਵੀ ਮਾਣੀ ਨਹੀਂ ਜਾ ਸਕਦੀ। ਤੁਸੀਂ ਕੀ ਕਹੋਗੇ? ਮਰਿਆਦਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ। ਤੇ ਮਰਿਆਦਾ ਜਿਹੜੀ ਹੈ ਉਹ ਸਾਡੀ ਮਰਿਆਦਾ ਪਿਤਾ ਪ੍ਰਤੀ ਹੁੰਦੀ ਹੈ, ਸਾਡੀ ਭਰਾਵਾਂ ਪ੍ਰਤੀ ਮਰਿਆਦਾ ਹੁੰਦੀ ਹੈ, ਸਾਡੀ ਸਮਾਜ ਪ੍ਰਤੀ ਇੱਕ ਮਰਿਆਦਾ ਹੈ। ਜੇ ਅਸੀਂ ਉਹ ਮਰਿਆਦਾ ਨੂੰ ਭੰਗ ਕਰਾਂਗੇ ਤੇ ਓਬਵੀਅਸਲੀ ਜਿਹੜੀ ਉਹ ਅਰਾਜਕਤਾ ਹੈ, ਉਹ ਜ਼ਿੰਦਗੀ ਦੇ ਵਿੱਚ ਜਿਹੜੀ ਅਰਾਜਕਤਾ ਹੈ ਉਹ ਜ਼ਰੂਰ ਬਹੁਤ ਫੈਲੇਗੀ। ਹੁਣ ਜਿਹੜੀ ਔਰਤ ਆਜ਼ਾਦ ਹੋ ਰਹੀ ਹੈ ਉਹਨੂੰ ਕਦੇ ਵੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਜਿਹੜੀਆਂ ਜ਼ਿੰਮੇਵਾਰੀਆਂ ਨੇ ਮੇਰੀਆਂ, ਉਹ ਮੰਨ ਲਓ ਜੇ ਉਹ ਕਿਸੇ ਇੰਡਸਟਰੀਅਲ ਸੈਕਟਰ ਦੇ ਵਿੱਚ ਕੰਮ ਕਰ ਰਹੀ ਹੈ, ਉਹ ਇੰਡੀਪੈਂਡੈਂਟ ਹੈਗੀ ਹੈ, ਲੇਕਿਨ ਉਹਨੇ ਵਾਪਸ ਫਿਰ ਘਰ ਆਉਣਾ ਹੈ। ਸੋ ਮਤਲਬ ਜਿਹੜਾ ਅਸੀਂ ਆਜ਼ਾਦੀ ਨੂੰ ਨਾ ਪਰਿਵਾਰ ਤੋਂ ਜਦੋਂ ਵੱਖਰਾ ਕਰਕੇ ਵੇਖਣਾ ਸ਼ੁਰੂ ਕਰ ਦਿੰਦੇ ਆ ਨਾ ਤੇ ਉਦੋਂ ਸਾਡੇ ਜਿਹੜੇ ਉਹ ਮਾਇਨੇ ਜਿਹੜੇ ਨੇ ਉਹ ਵੱਖਰੇ ਹੋ ਜਾਂਦੇ ਆ। ਹੁਣ ਜਦੋਂ ਅਸੀਂ ਇੱਕ ਬੱਚੇ ਦੀ ਪਰਵਰਿਸ਼ ਕਰਦੇ ਆ, ਅਸੀਂ ਛੋਟੀਆਂ ਗੱਲਾਂ ਨੂੰ ਨਾ ਕਈ ਵਾਰੀ ਅਸੀਂ ਸਾਡੇ ਪਰਿਵਾਰਾਂ 'ਚ ਬੜਾ ਧਿਆਨ ਰੱਖਿਆ ਜਾਂਦਾ ਹੈ, ਜ਼ਿਆਦਾਤਰ ਪਰਿਵਾਰਾਂ ਵਿੱਚ ਧਿਆਨ ਰੱਖਿਆ ਜਾਂਦਾ ਹੈ ਕਿ ਜਿਹੜਾ ਛੋਟੇ ਬੱਚੇ ਵੀ ਹੈ ਉਹਨੂੰ ਅਸੀਂ ਕਵਾਂਗੇ ਕਿ ਤੇਰੇ ਨਾ ਅੱਜ ਮਾਮੀ ਨੇ ਆਉਣਾ ਆ, ਤੇ ਅਸੀਂ ਜਦੋਂ ਉਹ ਫਿਰ ਬੱਚਾ ਵਾਪਸ ਆਉਂਦਾ ਆ ਤੇ ਆ ਕੇ ਮਾਂ ਨੂੰ ਕਹਿੰਦਾ ਆ ਕਿ ਅੱਜ ਮਾਮਾ ਆਇਆ ਸੀ, ਤੇ ਫਿਰ ਮਾਂ ਕਹਿੰਦੀ ਹੈ ਬੇਟਾ ਮਾਮਾ ਜੀ ਕੋ। ਤੇ ਜਦੋਂ ਅਸੀਂ ਕਹਿੰਦੇ ਆ ਤੇ ਉਦੋਂ ਅਸੀਂ ਗਲਤ ਸ਼ਬਦਾਵਲੀ ਵਰਤ ਰਹੇ ਹਾਂ ਤੇ ਬੱਚੇ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਠੀਕ ਬੋਲੇ। ਸੋ ਜਿੰਨੀ ਦੇਰ ਤੱਕ ਅਸੀਂ ਆਪ ਠੀਕ ਨਹੀਂ ਹੁੰਦੇ, ਅਸੀਂ ਆਪਣੀ ਜਿਹੜੀ ਮਰਿਆਦਾ ਠੀਕ ਨਹੀਂ ਕਰਦੇ ਤੇ ਅਸੀਂ ਆਪਣੇ ਬੱਚਿਆਂ ਤੋਂ ਵੀ ਉਹ ਮਰਿਆਦਾ ਐਕਸਪੈਕਟ ਨਹੀਂ ਕਰ ਸਕਦੇ। ਅਸੀਂ ਸੱਸ ਜਿਹੜੀ ਆ ਉਹ ਸੱਸ
ਤੇ ਨੌ ਤੱਕ ਹੀ ਸੀਮਿਤ ਹੈ। ਨੌ ਜਿਹੜੀ ਹੈ ਉਹ ਜੇਠ ਜਠਾਣੀ ਸੱਸ ਨਨਾਣ ਉਹਨਾਂ ਚੀਜ਼ਾਂ ਤੱਕ ਸੀਮਿਤ ਹੈ। ਅਸੀਂ ਉਹਨਾਂ ਨੂੰ ਇੱਕ ਇਨਸਾਨ ਦੇ ਤੌਰ ਤੇ ਕਿਉਂ ਨਹੀਂ ਲੈਂਦੇ ਜੀ? ਅਸੀਂ ਘਰ ਤੋਂ ਬਾਹਰ ਨਿਕਲਦੇ ਹਾਂ ਤੇ ਅਸੀਂ ਇੱਕ ਦੂਜੇ ਦੇ ਨਾਲ ਬੜੇ ਚੰਗੀ ਤਰ੍ਹਾਂ ਬਿਹੇਵ ਕਰਦੇ ਹਾਂ, ਬੜਾ ਪਿਆਰਾ ਮਿੱਠਾ ਮਿੱਠਾ ਬੋਲਦੇ ਹਾਂ। ਕਿਤੇ ਅਸੀਂ ਕਿਸੇ ਰੈਸਟੋਰੈਂਟ 'ਚ ਜਾਈਏ ਤੇ ਅਸੀਂ ਉੱਥੇ ਕੋਈ ਵੇਟਰ ਹੈ, ਕੋਈ ਦਰਬਾਨ ਹੈ, ਉਹਨੂੰ ਅਸੀਂ ਬੜੇ ਸਤਿਕਾਰ ਦੇ ਨਾਲ ਉਹ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਅਸੀਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਵਾਬ ਦਿੰਦੇ ਆ। ਤੇ ਪਰ ਅਸੀਂ ਜਦੋਂ ਘਰ ਆਉਂਦੇ ਆ ਤੇ ਉਹ ਗੇਟ ਤੋਂ ਹੀ ਤਿਉੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਦੇਖੋ ਇਸੇ ਗੱਲ ਦਾ ਇੱਕ ਸਵਾਲ ਬਣਦਾ ਹੈ ਕਿ ਜਿਹੜੀ ਇੱਕ ਕੁੜੀ ਹੁੰਦੀ ਹੈ, ਉਹ ਕੁੜੀ ਬੜੀ ਚੰਗੀ ਹੁੰਦੀ ਹੈ, ਵਿਆਹ ਕਰਾ ਕੇ ਜਦੋਂ ਆਪਣੇ ਸਹੁਰੇ ਘਰ ਵੜਦੀ ਹੈ, ਪਤਾ ਨਹੀਂ ਉਹਦੇ ਵਿੱਚ ਕਿਹੜੀ ਉਪਰੀ ਸ਼ੈ ਜਾਂਦੀ ਹੈ। ਚਰਨਜੀਤ ਜੀ ਤੁਸੀਂ ਹੁਣ ਨਾ ਕੱਲੀਆਂ ਕੁੜੀਆਂ ਦੀਆਂ ਗੱਲਾਂ ਹੀ ਨਾ ਕਰੀ ਜਾਓ। ਤਿਉੜੀਆਂ ਜਿਹੜੀਆਂ ਤਿਉੜੀਆਂ ਮਰਦ ਵੀ ਪਾਉਂਦੇ ਨੇ, ਤੇ ਉਹ ਤੁਸੀਂ ਚਲੋ ਅੱਜ ਜ਼ਿਕਰ ਜਿਹੜਾ ਹੈ ਉਹ ਅਸੀਂ ਔਰਤ ਦੇ ਹਿਸਾਬ ਨਾਲ, ਕਿਉਂਕਿ ਉਹਦੀ ਜ਼ਿੰਮੇਵਾਰੀ ਬਹੁਤ ਬਣਦੀ ਹੈ, ਔਰਤ ਦੇ ਸਿਰ ਦੇ ਉੱਪਰ ਘਰ ਹੁੰਦਾ, ਘਰ ਉਹਦੇ ਉੱਤੇ ਟਿਕਿਆ ਹੁੰਦਾ। ਤੇ ਜਿਹੜੇ ਘਰ ਦੇ ਬੱਚੇ ਚੰਗੇ ਨਿਕਲ ਆਉਂਦੇ ਆ ਜੀ, ਔਰ ਇਹ ਅਸੀਂ ਦੇਖਿਆ ਆ, ਮੈਂ ਐਜੂਕੇਸ਼ਨਿਸਟ ਵੀ ਹੈਗੀ ਆ, ਤੇ ਅਸੀਂ ਦੇਖਿਆ ਹੈ ਕਿ ਜਿਹੜੇ ਬੱਚੇ ਮਾਂ ਦੀ ਕੰਟਰੋਲ ਵਿੱਚ ਰਹਿੰਦੇ ਨੇ, ਮਾਂ ਉਹਨਾਂ ਨੂੰ ਸਿਖਾ ਰਹੀ ਹੈ, ਮਾਂ ਉਹਨਾਂ ਨੂੰ ਪੜ੍ਹਾ ਰਹੀ ਹੈ, ਉਹ ਬੱਚੇ ਬਹੁਤ ਵਧੀਆ ਨਿਕਲਦੇ ਨੇ ਜੀ। ਹਾਂ, ਬਹੁਤ ਕਾਫੀ ਉਹਨਾਂ ਦੇ ਵਿੱਚ ਹੁੰਦਾ ਹੈ ਕਿ ਸਾਡੇ ਜਿਹੜੇ ਫਾਦਰਸ ਹੈਗੇ ਆ ਉਹ ਵੀ ਬਹੁਤ ਜ਼ਿਆਦਾ ਰੋਲ ਜਿਹੜਾ ਹੈਗਾ ਉਹ ਅਦਾ ਕਰਦੇ ਹੈਗੇ ਆ। ਪਰ ਜਿੱਥੇ ਮਾਂ ਬੱਚੇ ਨੂੰ ਡਾਂਟ ਨਹੀਂ ਰਹੀ, ਬੱਚੇ ਦੀ ਜਿਹੜੀ ਹੈਗੀ ਹੈ ਗਲਤੀ ਨੂੰ ਵੀ ਉਹ ਛੁਪਾ ਰਹੀ ਹੈ, ਉੱਥੇ ਜਿਹੜਾ ਹੈ ਉਹ ਬੱਚਾ ਜਿਹੜਾ ਆ ਵੱਡਾ ਹੋ ਕੇ ਜਿਹੜਾ ਹੈ ਉਹਦੀ ਫਿਰ ਉਹਦੇ ਵਿੱਚ ਨੈਤਿਕਤਾ ਦੇ ਜਿਹੜੇ ਸੋਸ਼ਲ ਜਿਹੜੇ ਉਹਦੇ ਵਿੱਚ ਹੈਗੇ ਨੇ ਉਹ ਸਾਰੇ ਉਹਦੇ ਵਿੱਚ ਕਾਫੀ ਕਮੀ ਆਉਂਦੀ ਹੈਗੀ ਹੈ। ਬਿਲਕੁਲ ਜੀ, ਜਿਵੇਂ ਮੈਮ ਧਾਮੀ ਉਹਨਾਂ ਨੇ ਕਿਹਾ ਕਿ ਜਿਹੜਾ ਬੱਚਾ ਹੈ ਜਿਹਦੇ ਮਾਂ ਦੇ ਨੇੜੇ ਜ਼ਿਆਦਾ ਰਹਿੰਦਾ ਹੈ ਤੇ ਉਹ ਸੱਚਮੁੱਚ ਅਸਲ ਜ਼ਿੰਦਗੀ ਦੇ ਜ਼ਿਆਦਾ ਨੇੜੇ ਰਹਿੰਦਾ ਹੈ, ਕੁਦਰਤ ਦੇ ਜ਼ਿਆਦਾ ਨੇੜੇ ਰਹਿੰਦਾ ਹੈ, ਔਰ ਹਰ ਗੱਲ ਦੇ ਵਿੱਚ ਪੂਰਾ ਰਹਿੰਦਾ। ਅੰਗਰੇਜ਼ਾਂ ਨੇ ਇਸ ਗੱਲ ਨੂੰ ਭਲੀ ਭਾਂਤ ਭਾਂਪਦਿਆਂ ਹੋਇਆ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਦੀ ਮਾਂ ਜਿੰਦਾ ਦੇ ਨਾਲੋਂ ਵੱਖ ਕਰ ਦਿੱਤਾ ਸੀ, ਠੀਕ ਹੈ ਨਾ। ਜਦੋਂ ਵੱਖ ਕਰ ਦਿੱਤਾ ਉਹ ਸਾਰਾ ਕੁਝ ਹੀ ਭੁੱਲ ਭੁਲਾ ਗਿਆ, ਸਾਰਾ ਕੁਝ ਹੀ ਵੱਖਰਾ ਹੋ ਗਿਆ, ਉਹਦੇ ਗੋਰਾ ਬਣ ਗਿਆ। ਔਰ ਜਦੋਂ ਵਾਪਸ ਉਹਦੇ ਦਿਲ ਦੇ ਵਿੱਚ ਇੱਕ ਤਾਂਘ ਉੱਠੀ ਕਿ ਮੈਂ ਆਪਣੀ ਮਾਂ ਨੂੰ ਮਿਲਣਾ ਹੈ। ਮਾਂ ਨੂੰ ਜਦੋਂ ਮਿਲਦਾ ਫਿਰ ਉਹ ਵਿਚਾਰੀ ਅੰਨੀ ਹੋਈ ਹੁੰਦੀ ਹੈ ਰੋ ਰੋ ਕੇ ਉਸਦੀ ਉਡੀਕ ਦੇ ਵਿੱਚ। ਜਦੋਂ ਉਹਦਾ ਚਿਹਰਾ ਪਲੋਸਦੀ ਹੈ, ਉਹਦੇ ਸਿਰ ਤੇ ਹੱਥ ਫੇਰਦੀ ਹੈ ਤੇ ਉਹਨੂੰ ਧੱਕਾ ਦਿੰਦੀ ਕਿ ਤੂੰ ਮੇਰਾ ਦਲੀਪ ਸਿੰਘ ਨਹੀਂ ਹੋ ਸਕਦਾ। ਬਿਲਕੁਲ ਬਿਲਕੁਲ। ਤੇ ਉਹ ਇੱਕ ਗੱਲ ਕਹਿ ਦੇਣੀ ਮਾਂ ਵੱਲੋਂ, ਉਹਦੇ ਦਿਲ ਤੇ ਸੱਟ ਵੱਜਦੀ ਹੈ ਤੇ ਫਿਰ ਉਹ ਸੱਚੀ ਦਲੀਪ ਸਿੰਘ ਬਣਦਾ ਹੈ। ਬਾਅਦ ਵਿੱਚ ਇੱਕ ਮਾਂ ਦੇ ਹਿੱਸੇ ਆਇਆ, ਕਿਉਂਕਿ ਔਰਤ ਦੇ ਸਿਰ ਤੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਜ਼ਿੰਮੇਵਾਰੀ ਬਹੁਤ ਹੁੰਦੀ ਹੈ। ਪਰ ਇਹ ਜਿਹੜੇ ਝਗੜੇ ਨੇ, ਕਿਉਂਕਿ ਬੰਦਾ, ਅਸੀਂ ਤਾਂ ਕਰਕੇ ਇਸ ਗੱਲ ਨੂੰ ਮੇਨ ਟੌਪਿਕ ਲਿਆ, ਸਾਡੇ ਇਹ ਬਹੁਤ ਸਾਰੇ ਦਰਸ਼ਕ ਇਸ ਵੇਲੇ ਦੇਖ ਰਹੇ ਨੇ, ਘਰਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਮਸਲਨ ਝਗੜੇ ਆਮ ਤੌਰ ਤੇ ਸਾਡੇ ਸਾਹਮਣੇ ਆਉਂਦੇ ਨੇ। ਉਹ ਸੱਸ ਦੇ ਕੋਲੋਂ ਨੂੰਹ ਤੰਗ ਹੁੰਦੀ, ਨੂੰਹ ਦੇ ਕੋਲੋਂ ਸੱਸ ਤੰਗ ਹੁੰਦੀ ਹੈ, ਜਾਂ ਨਨਾਨਾ ਦਾ ਕੋਈ ਜ਼ਿਕਰ ਆ ਜਾਂਦਾ ਹੈ, ਘਰ ਵਾਲੇ ਦਾ ਜਿਹੜਾ ਉਹਦਾ ਬਹੁਤਾ ਕੋਈ ਰੋਲ ਨਹੀਂ ਹੁੰਦਾ। ਕਿਉਂਕਿ ਤੁਸੀਂ ਮਹਿਲਾ ਕਮਿਸ਼ਨ ਦੇ ਵਿੱਚ ਬਹੁਤ ਸਾਰੇ ਐਸੇ ਮਾਮਲੇ ਦੇਖੇ ਹੋਣਗੇ, ਤੁਹਾਨੂੰ ਵੀ ਲੱਗਦਾ ਕਿ ਜ਼ਿਆਦਾਤਰ ਮਸਲੇ ਜਿਹੜੇ ਆ ਇਹ ਆਪਸ ਦੇ ਵਿੱਚ ਹੀ ਹੁੰਦੇ ਇਹਨਾਂ ਦੇ? ਜ਼ਿਆਦਾਤਰ ਮਸਲੇ ਜਿਹੜੇ ਆ ਆਪਸੀ ਹੁੰਦੇ ਆ, ਔਰ ਹੁੰਦੇ ਵੀ ਉਹ ਖਹਿਬਾਜ਼ੀ ਦੇ, ਜ਼ਿੱਦਬਾਜ਼ੀ ਦੇ ਹੁੰਦੇ ਆ। ਤੇ ਉਹਦੇ ਚ ਮੇਨ ਫੈਕਟਰ ਇਹ ਹੈ ਕਿ ਸਾਨੂੰ ਛੋਟੇ ਹੁੰਦਿਆਂ ਤੋਂ ਜ਼ਿਆਦਾਤਰ ਇਹ ਸਿਖਾਇਆ ਨਹੀਂ ਜਾਂਦਾ ਕਿ ਅਸੀਂ ਦੂਸਰਾ ਬੰਦਾ ਕੋਈ ਵੀ ਹੋਵੇ ਤੇ ਉਹਦੀ ਇੰਡੀਵਿਜੂਅਲ ਜਿਹੜਾ ਹੈ, ਕੋਈ ਵੀ ਇੰਡੀਵਿਜੂਅਲ ਹੈ, ਉਸ ਇੰਡੀਵਿਜੂਅਲ ਦੀ ਸਾਨੂੰ ਰਿਸਪੈਕਟ ਕਰਨੀ ਪਏਗੀ, ਕਰਨੀ ਚਾਹੀਦੀ ਹੈ। ਇਹ ਚੀਜ਼ਾਂ ਜਿਹੜੀਆਂ ਆ ਨਾ ਤੇ ਅੱਜ ਕੱਲ੍ਹ ਸਕੂਲਾਂ 'ਚ ਪੜ੍ਹਾਈਆਂ ਜਾ ਰਹੀਆਂ ਨੇ, ਨਾ ਇਹ ਬੱਚਿਆਂ ਨੂੰ ਘਰ ਦੇ ਵਿੱਚ ਸਿਖਾਈਆਂ ਜਾ ਰਹੀਆਂ। ਸੋ ਜਦੋਂ ਅਸੀਂ ਕਿਸੇ ਇੰਡੀਵਿਜੂਅਲ ਦੀ ਰਿਸਪੈਕਟ ਨਹੀਂ ਕਰਦੇ, ਜਿਹੜੇ ਵਿਚਾਰ ਨੇ, ਵਿਚਾਰ ਸਾਡੇ ਕਦੀ ਵੀ ਨਹੀਂ ਰਲਦੇ ਜੀ। ਭੈਣ ਭਰਾਵਾਂ ਦੇ ਵਿਚਾਰ ਆਪਸ ਵਿੱਚ ਨਹੀਂ ਰਲਦੇ, ਮਾਂ ਪਿਓ ਦੇ ਆਪਸ ਵਿੱਚ ਨਹੀਂ ਰਲਦੇ, ਬੱਚਿਆਂ ਦੇ ਮਾਂ ਪਿਓ ਦੇ ਨਾਲ ਵਿਚਾਰ ਨਹੀਂ ਰਲਦੇ, ਵਿਚਾਰ ਵੱਖਰੇ ਹੁੰਦੇ ਆ। ਪਰ ਕਿਸੇ ਦੇ ਵਿਚਾਰ ਨੂੰ ਐਕਸੈਪਟ ਕਰਨਾ, ਉਹ ਨਹੀਂ ਵੀ ਚੰਗਾ ਲੱਗਾ ਤਾਂ ਵੀ ਚੁੱਪ ਰਹਿਣਾ। ਸੋ ਉਹ ਜਿਹੜੀਆਂ ਪੁਰਾਣੀਆਂ ਕਹਾਵਤਾਂ ਨੇ ਨਾ ਕਿ 100 ਸੁੱਖ, ਇੱਕ ਚੁੱਪ ਤੇ 100 ਸੁੱਖ। ਹੁਣ ਸਾਡੇ ਮਦਰ ਵੀ ਅਸੀਂ ਪੜ੍ਹੇ ਲਿਖੇ ਆ, ਬੋਰਡਿੰਗ ਹਾਊਸਿਸ ਦੇ ਵਿੱਚ ਪੜ੍ਹੇ ਹੋਏ ਆ, ਪਰ ਜਦੋਂ ਵਿਆਹ ਹੋਇਆ, ਛੋਟੀ ਉਮਰ 'ਚ ਵਿਆਹ ਹੋ ਗਿਆ, ਤੇ ਮੰਮਾ ਨੇ ਕਹਿਣਾ ਬੇਟਾ ਕੋਈ ਲਤਾੜ ਕੇ ਲੰਘ ਜੇ ਤੇ ਚੂੰ ਨਹੀਂ ਕਰਨੀ, ਤੇ ਕਿਸੇ ਨੇ ਲਤਾੜ ਕੇ ਕੋਈ ਲੰਘਿਆ ਵੀ ਨਹੀਂ। ਪਰ ਹਾਂ, ਉਹ ਚੀਜ਼ਾਂ ਮਨ ਦੇ ਵਿੱਚ ਸੀਗੀਆਂ ਕਿ ਹਾਂ ਜੇ ਮੰਮਾ ਨੇ, ਮੇਰੇ ਸੱਸ ਨੇ ਜੇ ਕੁਝ ਆਖਿਆ ਗਏ ਤੇ ਚਲੋ ਕੋਈ ਗੱਲ ਨਹੀਂ, ਫਿਰ ਕੀ ਹੋਇਆ। ਸੋ ਉਹ ਜਿਹੜਾ ਛੋਟੇ ਛੋਟੇ ਜਿਹੇ ਸ਼ਬਦ ਹੈਗੇ, ਹਾਉ ਪਰੇ ਕਰਨਾ ਸਿੱਖੋ। ਸੋ ਜਦੋਂ ਅਸੀਂ ਇਕੱਠਿਆਂ ਰਹਿਣਾ ਹੈਗਾ ਨਾ, ਤੇ ਸਾਨੂੰ ਇੱਕ ਦੂਜੇ ਦੀ ਰਿਸਪੈਕਟ ਕਰਨੀ ਪਏਗੀ। ਮਰਦ ਨੂੰ ਔਰਤ ਦੀ ਕਰਨੀ ਪਏਗੀ ਤੇ ਔਰਤ ਨੂੰ ਮਰਦ ਦੀ ਕਰਨੀ ਪਏਗੀ। ਸੋ ਜਦੋਂ ਅਸੀਂ ਰਿਸਪੈਕਟ ਕਰਨੀ ਸਿੱਖ ਲੈਂਦੇ, ਅਸੀਂ ਅਗਲੇ ਦੇ ਵਿਚਾਰਾਂ ਦੀ ਵੀ ਰਿਸਪੈਕਟ ਕਰਦੇ ਹਾਂ। ਹਾਂ, ਤੇ ਨਾਲੇ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਦੋਂ
ਤੱਤਾ ਜ਼ਿਆਦਾ ਹੋ ਜਾਏ ਤੇ ਉਦੋਂ ਤੱਤੇ ਤੋਂ ਥੋੜਾ ਜਿਹਾ ਪਰੇ ਹੋ ਜਾਓ, ਨਾਲੇ ਫੂਕ ਮਾਰ ਕੇ ਵੀ ਖਾਣਾ ਚਾਹੀਦਾ। ਸੋ ਉਹਨੂੰ ਉਸ ਵੇਲੇ ਹੱਥ ਨਾ ਲਾਓ ਜੀ। ਤੇ ਜ਼ਿਆਦਾਤਰ ਮਸਲੇ ਜਿਹੜੇ ਹੈ ਥੋੜਾ ਜਿਹਾ ਉਹਨਾਂ ਨੂੰ ਲਟਕਾ ਦਿਓ। ਸਰਕਾਰਾਂ ਵੀ ਇਹੋ ਕੁਛ ਹੀ ਕਰਦੀਆਂ, ਬਿਲਕੁਲ, ਕੋਈ ਬਿਲਕੁਲ। ਮਸਲਾ ਹੈ ਉਹਨੂੰ ਲਟਕਾ ਦਿਓ ਤੇ ਉਹ ਥੋੜਾ ਸ਼ਾਂਤ ਹੋ ਜਾਂਦਾ ਹੈ। ਲੋਕੀ ਔਰ ਜਦੋਂ ਤੁਸੀਂ ਥੋੜੀ, ਕਿਉਂਕਿ ਜਦੋਂ ਗੁੱਸੇ ਵਿੱਚ ਆਏ ਹੁੰਦੇ ਹੋ ਨਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਕਿਹੜੀ ਗੱਲ ਆਖੀ ਜੀ, ਗੁੱਸਾ ਤੁਹਾਡਾ ਜ਼ਿਆਦਾ ਨੁਕਸਾਨ ਕਰ ਜਾਂਦਾ। ਹਾਂ, ਔਰ ਜਦੋਂ ਤੁਸੀਂ ਉਸੇ ਗੱਲ ਨੂੰ ਸ਼ਾਂਤ ਮਤਲਬ ਰਹਿ ਕੇ ਉਹਨੂੰ ਲਮਕਾ ਲਓ, 5 ਮਿੰਟ ਵੀ ਚੁੱਪ ਰਹੋ ਤੇ ਇੱਕਦਮ ਮਨ ਫਿਰ ਨਾ ਅੱਗੋਂ ਅੰਦਰੋਂ ਕਹਿੰਦਾ ਆ ਕਿ ਨਹੀਂ ਹਾਂ ਚਲੋ ਕੋਈ ਗੱਲ ਨਹੀਂ। ਸੋ ਉਹ ਜਿਹੜੀ ਕੋਈ ਗੱਲ ਨਹੀਂ ਹੈ ਉਹ ਜਿਹੜੀ ਹੈ ਘਰ ਬਚਾਉਂਦੀ ਹੈ ਔਰ ਸਾਨੂੰ ਵੀ ਤਣਾਅ ਮੁਕਤ ਕਰਦੀ ਹੈ। ਜੀ 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 ਜੀ, ਘਰ ਦਾ ਮਾਹੌਲ ਸੋਹਣਾ ਬਣਿਆ ਰਹਿੰਦਾ, ਸੋਹਣਾ ਬਣਿਆ ਰਹਿੰਦਾ ਜੀ। ਤੁਸੀਂ ਕਿਹਾ ਕਿ ਚਲੋ ਛੱਡੋ ਪਰਾਂ, ਹਾਉ ਪਰੇ ਰਹਿਣ ਦਿਓ, ਕੋਈ ਗੱਲ ਨਹੀਂ। ਹਾਂ ਬਿਲਕੁਲ। ਇਹ ਜਿਹੜੀਆਂ ਚੀਜ਼ਾਂ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ। ਹਾਉ ਪਰੇ ਤਾਂ ਹੁੰਦਾ ਹੀ ਨਹੀਂ, ਠੀਕ ਹੈ ਨਾ। ਉਹ ਇੱਕ ਆਪਣੇ ਕਿਸਮ ਦੀ ਇੱਕ ਈਗੋ ਲੈ ਕੇ ਖੜ ਜਾਂਦੀਆਂ ਕਿ ਹਾਂ ਹਾਂ ਮੈਨੂੰ ਇਹ ਗੱਲ ਕਹੀ ਤੇ ਕਹੀ ਕਿਵੇਂ। ਉਸੇ ਵੇਲੇ ਫੱਟ ਦੇਣੀ ਫੋਨ ਹੁੰਦੇ ਆ, ਆਪਣੇ ਮਾਪਿਆਂ ਨੂੰ ਹੁੰਦੇ ਆ। ਮਾਪੇ ਵੀ ਫਿਰ ਫਟਾਫਟ ਉਹ ਇਨਵੋਲਵਮੈਂਟ ਬਹੁਤ ਦਿਖਾਉਂਦੇ ਆ। ਉੱਧਰ ਵੀ ਸੁਕੜ ਸਿਆਣੀਆਂ ਮਾਵਾਂ ਹੈ ਨਹੀਂ ਕਿ ਜਿਹੜੀਆਂ ਕਹਿੰਦੀਆਂ ਕਿ ਕੋਈ ਲਤਾੜ ਕੇ ਵੀ ਲੰਘ ਜਾਵੇ ਤਾਂ ਚੂੰ ਨਹੀਂ ਕਰਨੀ ਅੱਜ ਦੇ ਸਮੇਂ ਦੇ ਵਿੱਚ। ਤੇ ਇਹ ਜਿਹੜੀਆਂ ਚੀਜ਼ਾਂ ਨੇ, ਮੋਬਾਈਲ ਜਿਹੜਾ ਸਾਡੇ ਘਰਾਂ ਦੇ ਵਿੱਚ ਆ ਗਿਆ, ਤੁਸੀਂ ਕੀ ਕਹਿੰਦੇ ਹੋ? ਬਹੁਤ ਸਾਰੇ ਕੇਸ ਤੁਸੀਂ ਹੈਂਡਲ ਕੀਤੇ ਆ, ਹੱਲ ਵੀ ਕੀਤੇ, ਵੱਡੀਆਂ ਵੱਡੀਆਂ ਜਿਹੜੀਆਂ ਮੈਂ ਤੁਹਾਡੀਆਂ ਦੇਖਦਾ ਹੁੰਦਾ ਕਿ ਤੁਸੀਂ ਬਹੁਤ ਵੱਡੀਆਂ ਵੱਡੀਆਂ ਸਮੱਸਿਆਵਾਂ ਨੂੰ ਵੀ ਹੱਲ ਕੀਤਾ। ਇਹ ਜਿਹੜਾ ਮੋਬਾਈਲ ਆ, ਤੁਹਾਨੂੰ ਲੱਗਦਾ ਕਿ ਸਾਡੇ ਪਰਿਵਾਰਾਂ ਦੇ ਵਿੱਚ ਅੱਜ ਸਭ ਤੋਂ ਵੱਡੀ ਸਮੱਸਿਆ ਇਹ ਮੋਬਾਈਲ ਆ? ਸਾਰੇ ਪਾਸੇ ਇਹ ਸਮੱਸਿਆ ਹੈ। ਇੱਕ ਤੇ ਜਦੋਂ ਮੋਬਾਈਲ ਹੱਥਾਂ 'ਚ ਆ ਗਿਆ ਨਾ, ਅੱਗੇ ਘਰਾਂ ਦੇ ਵਿੱਚ ਜਦੋਂ ਕੋਈ ਫ੍ਰੀ ਹੁੰਦਾ ਸੀ ਨਾ, ਮਤਲਬ ਜਿਹੜੀਆਂ ਵੀ ਕੁੜੀਆਂ ਆ, ਤੇ ਕੋਈ ਅਖਬਾਰ ਪੜ੍ਹਦਾ ਸੀ, ਕੋਈ ਖਬਰਾਂ ਪੜ੍ਹਦਾ ਸੀ, ਕੋਈ ਕਿਤਾਬਾਂ ਪੜ੍ਹਦਾ ਸੀ। ਘਰਾਂ ਵਿੱਚ ਆਮ ਕਿਤਾਬਾਂ ਪਈਆਂ ਹੁੰਦੀਆਂ ਸੀ। ਹੁਣ ਕੀ ਹੈ, ਮੋਬਾਈਲ ਆ ਗਿਆ ਆ ਤੇ ਹੁਣ ਮੋਬਾਈਲ ਵਿੱਚ ਸਾਡੀ ਵੀ ਪ੍ਰਵਿਰਤੀ ਇਹੋ ਹੀ ਹੈ ਕਿ ਜਿਹੜੀ ਕੋਈ ਨੈਗੇਟਿਵ ਚੀਜ਼ ਹੈ ਉਹਦੇ ਵੱਲ ਧਿਆਨ ਬਹੁਤ ਛੇਤੀ ਪ੍ਰਵਿਰਤ ਹੁੰਦਾ ਹੈ। ਤੇ ਅਸੀਂ ਜਦੋਂ ਦੇਖ ਜ਼ਿਆਦਾ ਨੈਗੇਟਿਵ ਰਹੇ ਆ ਤੇ ਸਾਡਾ ਜਿਹੜਾ ਓਪੀਨੀਅਨ ਡਿਵੈਲਪ ਹੋ ਰਿਹਾ ਆ ਉਹ ਵੀ ਨੈਗੇਟਿਵ ਓਪੀਨੀਅਨ ਡਿਵੈਲਪ ਹੋ ਰਿਹਾ ਹੈ। ਜਦ ਕਿ ਅਸੀਂ ਕੋਈ ਨੋਵਲ ਹੀ ਪੜ੍ਹਦੇ ਆ, ਕੋਈ ਸਮਾਜਿਕ ਨੋਵਲ ਹੈ ਤੇ ਉਸ ਸਮਾਜਿਕ ਨੋਵਲ ਦੇ ਵਿੱਚ ਅਸੀਂ ਕਰੈਕਟਰਸ ਨੂੰ ਪੜ੍ਹਦੇ ਆ, ਫਿਰ ਅਸੀਂ ਉਹ ਦੇਖਦੇ ਆ ਕਿ ਉਹ ਕਰੈਕਟਰਸ ਇੱਕ ਦੂਜੇ ਨਾਲ ਕਿਵੇਂ ਡੀਲ ਕਰਦੇ ਆ ਤੇ ਅਸੀਂ ਉੱਥੋਂ ਕੋਈ ਵੀ ਅਸੀਂ ਗ੍ਰੰਥ ਪੜ੍ਹਨਾ ਹੋਵੇ, ਅਸੀਂ ਕੋਈ ਕਿਤਾਬ ਪੜ੍ਹਨੀ ਤੇ ਅਸੀਂ ਉਹਨੂੰ ਆਪਣੇ ਅੰਦਰ ਜਜ਼ਬ ਕਰਦੇ ਹਾਂ ਕਿ ਆਹ ਚੀਜ਼ ਇਹਦੇ 'ਚ ਨਾ ਆਹ ਗੱਲ ਲਿਖੀ ਹੈ, ਬੜੀ ਵਧੀਆ ਗੱਲ ਲਿਖੀ। ਸੋ ਜਦੋਂ ਅਸੀਂ ਕਰੈਕਟਰਸ ਨੂੰ ਪੜ੍ਹਦੇ ਹਾਂ ਤੇ ਉਦੋਂ ਵੀ ਅਸੀਂ ਇਹ ਦੇਖਦੇ ਹਾਂ ਕਿ ਹਾਂ ਇਹ ਕਰੈਕਟਰਸ ਇੱਕ ਦੂਜੇ ਦੇ ਨਾਲ ਕਿਵੇਂ ਮਤਲਬ ਜਸਟੀਫਾਈ ਕਰ ਰਹੇ ਆ। ਸੋ ਉਹ ਜਦੋਂ ਉਹ ਚੀਜ਼ਾਂ ਹੀ ਨਹੀਂ ਰਹੀਆਂ ਬੱਚਿਆਂ ਦੇ ਵਿੱਚ, ਕੁੜੀਆਂ ਦੇ ਵਿੱਚ ਜਿਹੜੀ ਹੈ ਕਿਤਾਬਾਂ ਪੜ੍ਹਨ ਦੀ ਪ੍ਰਵਿਰਤੀ ਘਟ ਗਈ ਹੈ ਤੇ ਜਦੋਂ ਨੈਗੇਟਿਵ ਵੇਖਦੀਆਂ ਹੈ, ਜਦੋਂ ਸੀਰੀਅਲਸ ਉਹੋ ਜਿਹੇ ਵੇਖਣੇ ਹੈ, ਦਰਅਸਲ ਕੀ ਹੁੰਦਾ ਆ ਕਿ ਅਸੀਂ ਇੱਕ ਚੀਜ਼ ਬਣਦੀ ਹੈ ਤੇ ਬਣਦੀ ਨੂੰ ਬੜਾ ਟਾਈਮ ਲੱਗਦਾ ਹੈ ਤੇ ਉਹ ਰੋਜ਼ ਅਸੀਂ ਵੇਖੀ ਜਾਂਦੇ ਆ, ਅੱਛਾ ਇੰਨੀ ਹੋਈ ਇੰਨੀ, ਤੇ ਸਾਨੂੰ ਉਹਦੀ ਬਣਦੀ ਦਾ ਅਹਿਸਾਸ ਨਹੀਂ ਹੁੰਦਾ। ਲੇਕਿਨ ਜਦੋਂ ਚੀਜ਼ ਢਹਿੰਦੀ ਹੈ ਇੱਕ ਮਿੰਟ ਦੇ ਵਿੱਚ ਕੁਝ ਹੋ ਜਾਂਦਾ ਹੈ। ਉਹ ਚੀਜ਼ ਜਿਹੜੀ ਹੈ ਨਾ ਉਸੇ ਵੇਲੇ ਸਾਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਤੇ ਉਹਦੇ ਨਾਲ ਇੱਕਦਮ ਜਿਹੜਾ ਸਾਡਾ ਓਪੀਨੀਅਨ ਹੈ ਉਹ ਬ੍ਰੇਕ ਕਰ ਜਾਂਦਾ ਹੈ। ਇਹੋ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਹੋ ਰਹੀਆਂ ਨੇ ਕਿ ਜਿਹੜੀ ਛੋਟੀ ਜੀ ਚੀਜ਼, ਮਾੜੀ ਜੀ ਕੁਛ ਹੋਈ, ਉਹ ਇੱਕਦਮ ਇੰਨਾ ਜ਼ਿਆਦਾ ਧਿਆਨ ਇਕੱਤਰ ਕਰਦੀ ਹੈ। ਉਹ ਜਦੋਂ ਦੂਜੇ ਨੂੰ ਅਸੀਂ ਫਿਰ ਦੋ ਗੱਲਾਂ ਲਾ ਕੇ ਦੱਸਦੇ ਆ ਤੇ ਅਗਲੇ ਨੂੰ ਵੀ ਇੱਕਦਮ ਲੱਗਦਾ ਅੱਛਾ ਇਸ ਤਰ੍ਹਾਂ ਹੋ ਗਿਆ, ਇਦਾਂ ਨਹੀਂ ਹੋਣਾ ਚਾਹੀਦਾ ਸੀ, ਅੱਛਾ ਹੁਣ ਤੂੰ ਇਦਾਂ ਕਰੀ, ਹੁਣ ਤੂੰ ਇਦਾਂ ਕਰੀ। ਸੋ ਉਹ ਜਿਹੜੀ ਮੋਬਾਈਲ ਹੈਗਾ ਉਹਨੇ ਡੈਫੀਨੇਟਲੀ ਜਿਹੜੀ ਉਹ ਸਾਡਾ ਓਪੀਨੀਅਨ ਹੈਗਾ ਉਹਨੂੰ ਚੇਂਜ ਕਰਨਾ ਸ਼ੁਰੂ ਕੀਤਾ ਆ। ਤੇ ਹਰ ਚੀਜ਼ ਦੀ ਜਿਹੜੀ ਹੈ ਕਹਿੰਦੇ ਲਿਮਿਟ ਹੋਣੀ ਚਾਹੀਦੀ ਹੈ। ਸੋ ਉਹਦੇ ਤੇ ਅਸੀਂ ਕਿੰਨੀ ਕੁ ਚੀਜ਼ ਦੇਖਣੀ ਹੈ, ਕਿੰਨਾ ਕੁ ਨਹੀਂ, ਤੇ ਉਹ ਸਾਰਾ ਦਿਨ ਹੀ ਉਹ ਫੋਨਸ ਤੇ ਹੀ ਰਹਿਣਾ ਜਿਹੜਾ ਆ, ਉਂਗਲੀਆਂ ਚੱਲਦੀਆਂ ਰਹਿੰਦੀਆਂ ਨੇ। ਜਿੱਦਾਂ ਕੋਈ ਸੱਸ ਨੇ ਕਿਸੇ ਨੂੰ ਉਹਨੂੰ ਕਹਿਤਾ ਕੀ ਗੱਲ ਕੁੜੀ ਅੱਜ ਤੇਰੇ ਹੱਥ ਵਿਹਲੇ ਹੀ ਆ, ਤਾਂ ਪਾਏ ਤਾਂ ਉਹਨੇ ਕੰਗਣ ਨਹੀਂ ਸੀਗੇ, ਤੇ ਉਹ ਕਹਿੰਦੀ ਹਾਂ ਮੰਮੀ ਜੀ ਫੋਨ ਚਾਰਜਰ ਤੇ ਲਾਇਆ ਹੋਇਆ। ਸੋ ਇਹ ਗੱਲਾਂ ਜਿਹੜੀਆਂ, ਜਿਵੇਂ ਤੁਸੀਂ ਸੀਰੀਅਲ ਦੀ ਵੀ ਗੱਲ ਕੀਤੀ ਆ, ਜਿਹੜਾ ਸਾਡਾ ਮੀਡੀਆ ਆ ਸਾਡੇ ਸਾਹਮਣੇ ਪਰੋਸਦਾ ਕੀ ਆ, ਹਨਾ ਜੀ। ਘਰਾਂ ਦੇ ਵਿੱਚ ਅਸੀਂ ਬੈਠ ਕੇ ਅੱਜ ਕੱਲ ਉਹ ਤਾਂ ਕੁੜੀਆਂ ਵੀ ਹੈ ਨਹੀਂ, ਉਹ ਸੱਸਾਂ ਵੀ ਹੈ ਨਹੀਂ ਜਿਹੜੀਆਂ ਕਹਿਣਗੀਆਂ ਕਿ ਤੂੰ ਚਰਖਾ ਡਾਹ ਲੈ, ਤੂੰ ਚਾਦਰ ਕੱਢ ਲੈ, ਤੂੰ ਫੁਲਕਾਰੀ ਕੱਢ ਲੈ, ਤੂੰ ਸੇਵੀਆਂ ਵੱਟ ਲੈ, ਤੂੰ ਆਹ ਕੰਮ ਕਰ ਲੈ, ਤੂੰ ਮਸਾਲੇ ਰਗੜ ਲੈ। ਅੱਜ ਕੱਲ ਤਾਂ ਸਾਰਾ ਕੁਝ ਇਲੈਕਟ੍ਰੋਨਿਕਲੀ ਚੱਲਣ ਡਿਆ। ਘਰ ਦੇ ਵਿੱਚ ਜਦੋਂ ਬੈਠਦੇ ਨੇ, ਵੱਖੋ ਵੱਖਰੇ ਕਮਰਿਆਂ ਦੇ ਵਿੱਚ ਵੱਖੋ ਵੱਖਰੇ ਆਪਣੇ ਟੀਵੀ ਲਗਾਏ ਹੋਏ ਨੇ, ਆਪੋ ਆਪਣਾ ਟੇਸਟ ਲਾ ਕੇ ਬੈਠ ਜਾਂਦੇ ਨੇ। ਜੋ ਸਾਨੂੰ ਪਰੋਸਿਆ ਜਾਂਦਾ, ਜੋ ਮੀਡੀਆ ਸਾਨੂੰ ਦੇ ਰਿਹਾ, ਘਰਾਂ ਦੇ ਵਿੱਚ ਜਿਹੜੇ ਵੀ ਸੀਰੀਅਲ ਆ ਰਹੇ ਨੇ
ਸਾਰੇ ਫਸਾਦਾਂ ਵਾਲੇ ਨੇ। ਬਿਲਕੁਲ ਬਿਲਕੁਲ। ਕੋਈ ਵੀ ਕਿਸੇ ਨੂੰ, ਕੋਈ ਕਹਿੰਦੀ ਆ ਕਿ ਮੈਂ ਆਪਣੀ ਨਨਾਣ ਨੂੰ ਘਰੋਂ ਬਾਹਰ ਕੱਢਣਾ, ਕੋਈ ਕਹਿੰਦੀ ਮੈਂ ਸੱਸ ਦੇ ਨਾਲੋਂ ਬਦਲਾ ਲੈਣਾ, ਕੋਈ ਕਹਿੰਦੀ ਮੈਂ ਇਸ ਮੁੰਡੇ ਤੋਂ ਬਦਲਾ ਲੈਣਾ। ਗੱਲ ਕੀ ਬਦਲਾਖੋਰੀ ਸਾਨੂੰ ਸਿਖਾਈ ਜਾ ਰਹੀ, ਔਰ ਉਹੀ ਬਦਲਾਖੋਰੀ ਜਿਹੜੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਦੇ ਆ, ਉਹੀ ਸਾਡੇ ਘਰਾਂ ਦੇ ਵਿੱਚ ਹੋ ਕੀ ਰਿਹਾ ਆ ਕਿ ਅਸੀਂ ਵਿਹਲੇ ਬੈਠੇ ਆ, ਸਾਡੇ ਕੋਲ ਕੰਮ ਹੋਵੇ ਨਾ ਤੇ ਸਾਡੇ ਕੋਲ ਇਹਨਾਂ ਚੀਜ਼ਾਂ ਦੇ ਲਈ ਟਾਈਮ ਹੀ ਨਾ ਹੋਵੇ ਜੀ। ਅਸੀਂ ਅਗਰ ਦਿਨ ਦੇ ਵਿੱਚ 10 ਕੰਮ ਕਰਨੇ ਆ ਤੇ 10 ਕੰਮਾਂ ਦਾ ਤੇ ਧਿਆਨ ਹੁੰਦਾ ਹੀ ਹੁੰਦਾ ਹੈ, ਪਰ ਅੱਜ ਤੋਂ ਹਫਤੇ ਦੇ ਵਿੱਚ ਜਿਹੜੇ 60 ਹੋਰ ਕੰਮ ਆਉਣ ਵਾਲੇ ਹੈ ਉਹਨਾਂ ਵੱਲ ਵੀ ਧਿਆਨ ਹੁੰਦਾ ਹੈ। ਸਾਡੀ ਸੋਚ ਉਹਨਾਂ ਵੱਲ ਹੁੰਦੀ ਕਿ ਅੱਛਾ ਇਹ ਕੰਮ ਕਰਨਾ, ਕਿਵੇਂ ਕਰਨਾ, ਕਿਸ ਤਰ੍ਹਾਂ ਕਰਨਾ ਹੈਗਾ। ਤੇ ਜਿਹੜਾ ਵਿਹਲਾਪਣ ਹੈਗਾ ਨਾ ਸਾਡੇ ਪੰਜਾਬੀ ਸਮਾਜ ਵਿੱਚ, ਮੈਂ ਕਹਿ ਲਵਾਂ ਕਿਉਂਕਿ ਫਾਈਨੈਂਸ਼ੀਅਲ ਪੱਧਰ ਜਿਹੜਾ ਹੈਗਾ ਪੰਜਾਬੀਆਂ ਦਾ ਕਾਫੀ ਚੰਗਾ ਹੈਗਾ ਆ, ਕਾਫੀ ਸਮਾਜ ਸਾਡਾ ਜਿਹੜਾ ਹੈ ਉਹ ਬਾਹਰ ਵੀ ਬੈਠਾ ਹੈਗਾ। ਹੁਣ ਤੁਸੀਂ ਅਗਰ ਇੱਥੋਂ ਦੀ ਔਰਤ ਦਾ ਤੇ ਬਾਹਰ ਦੀ ਔਰਤ ਦਾ ਥੋੜਾ ਜਿਹਾ ਕੰਪੈਰੀਜ਼ਨ ਕਰੋ, ਭਾਵੇਂ ਉਹ ਪੜ੍ਹੀਆਂ ਲਿਖੀਆਂ ਘੱਟ ਹੋਣਗੀਆਂ ਪਰ ਉਹਨਾਂ ਕੋਲ ਜਿੱਦਾਂ ਕਹਿ ਲਓ ਅਸੀਂ ਹੌਸਟਲ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਤੇ ਇੱਕ ਬੱਚੇ ਦੇ ਨੂੰ ਪੁੱਛਿਆ ਪ੍ਰਿੰਸੀਪਲ ਨੇ ਕਿ ਬੇਟਾ ਦਿਲ ਲੱਗ ਗਿਆ ਤੇ ਘਰ ਦੀ ਯਾਦ ਤਾਂ ਨਹੀਂ ਆਉਂਦੀ, ਤੇ ਉਹ ਬੱਚੇ ਨੇ ਆਖਿਆ ਕਿ ਮੈਡਮ ਟਾਈਮ ਹੀ ਨਹੀਂ ਲੱਗਦਾ। ਸੋ ਉਹ ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਰੁਝੇਵੇਂ 'ਚ ਨਹੀਂ ਪਾਉਂਦੇ, ਜੇ ਉਹ ਚਰਖੇ ਕੱਤਣ ਦੀ ਗੱਲ ਹੈ ਤੇ ਉਹ ਰੁਝੇਵਾਂ ਹੁੰਦਾ ਸੀ ਵੀ ਇੰਨਾ ਕੰਮ ਜਿਹੜਾ ਹੈਗਾ ਉਹ ਅਸੀਂ ਸ਼ਾਮ ਤੱਕ ਕਰਨਾ ਆ, ਚਾਹੇ ਉਹ ਗੀਤ ਗਾ ਕੇ ਕਰਨਾ ਆ, ਕੁਝ ਗੱਲਾਂ ਕਰਕੇ ਅਸੀਂ ਕਰਨਾ ਹੈਗਾ ਆ। ਤੇ ਹੁਣ ਕੀ ਹੈ, ਵਿਹਲਾਪਣ ਜ਼ਿਆਦਾ ਆ ਜੀ। ਜਾਂ ਪਤੀ ਕਮਾ ਰਿਹਾ ਹੈ ਤੇ ਔਰਤ ਘਰ ਬੈਠੀ ਹੈ, ਕਿੱਟੀ ਤੇ ਜਾ ਰਹੀ ਹੈ ਜਾਂ ਕਿਤੇ ਜਾ ਰਹੀ ਹੈ। ਸੋ ਉਹ ਵਿਹਲਾਪਣ ਜਿਹੜਾ ਹੈਗਾ ਉਹ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਫਿਰ ਅਸੀਂ ਉਹ ਫਸਾਦਾਂ ਵਾਲੇ ਸੀਰੀਅਲਸ ਦੇਖਦੇ ਆ, ਤੇ ਜਿਵੇਂ ਪਹਿਲਾਂ ਆਪਾਂ ਜ਼ਿਕਰ ਕੀਤਾ ਹੈ ਕਿ ਜੋ ਅਸੀਂ ਦੇਖਦੇ ਆ ਉਹੀ ਸਾਡਾ ਮਨ ਬਣਦਾ ਆ। ਤੇ ਜੇ ਅਸੀਂ ਤਾਂ ਹੀ ਕਹਿੰਦੇ ਆ ਕਿ ਚੰਗੀ ਕਿਤਾਬ ਪੜ੍ਹਨੀ ਚਾਹੀਦੀ ਹੈ, ਬਿਲਕੁਲ ਚੰਗੀ ਚੀਜ਼ ਦੇਖਣੀ ਚਾਹੀਦੀ ਹੈ, ਚੰਗੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਸੋ ਚੰਗੇ ਲੋਕਾਂ ਨੂੰ ਮਿਲਾਂਗੇ ਤੇ ਸਾਡਾ ਜੈਸੀ ਸੰਗਤ ਹੋਏਗੀ ਤੈਸੀ ਰੰਗਤ। ਬਿਲਕੁਲ ਬਿਲਕੁਲ। ਔਰ ਜੇਕਰ ਗੱਲ ਕਰੀਏ ਹੁਣ ਆਪਾਂ ਕਿ ਝਗੜੇ ਜਿਹੜੇ ਸਾਡੇ ਘਰਾਂ ਦੇ ਵਿੱਚ ਮਨਫੀ ਹੋਣੇ ਚਾਹੀਦੇ ਆ, ਪਰ ਜਿਹੜੇ ਮਨਫੀ ਹੋਣ ਦੀ ਬਜਾਏ ਲਗਾਤਾਰ ਵਧਦੇ ਜਾ ਰਹੇ। ਇੱਧਰ ਅਮਰੀਕਾ ਦੇ ਵਿੱਚ ਵੀ ਲੋਕ ਆਏ ਹੋਏ ਨੇ, ਉੱਧਰੋਂ ਪੰਜਾਬ ਦੇ ਲੋਕ ਨੇ ਇੱਧਰ ਬੈਠੇ ਨੇ, ਇੱਧਰ ਵੀ ਬਹੁਤ ਸਾਰੇ ਝਗੜੇ ਹੁੰਦੇ ਆ। ਤੇ ਜੇਕਰ ਇਹ ਝਗੜੇ ਹੁੰਦੇ ਆ ਤੁਹਾਡੇ ਕੋਲ ਮੋਸਟਲੀ ਕਿਹੜੇ ਜ਼ਿਆਦਾ ਝਗੜੇ ਆਉਂਦੇ ਆ, NRI ਵਾਲਿਆਂ ਦੇ ਤੇ ਜਾਂ ਫਿਰ ਦੂਸਰੇ? NRI ਝਗੜੇ ਕਾਫੀ ਜ਼ਿਆਦਾ ਨੇ, ਉਹਦੇ ਵਿੱਚ ਜ਼ਿਆਦਾਤਰ ਜਿਹੜੇ ਕੇਸਿਸ ਸੀਗੇ ਉਹ ਅਬੈਂਡਨਡ ਵਾਈਫਸ ਦੇ ਹੁੰਦੇ ਸੀਗੇ। ਪਰ ਹੁਣ ਮੈਂ ਤੁਹਾਨੂੰ ਸਿਰਫ ਤੁਹਾਡੀ ਇਨਫੋਰਮੇਸ਼ਨ ਲਈ ਦੱਸਾਂ ਕਿ NRI ਕਮਿਸ਼ਨ ਪੰਜਾਬ ਸਰਕਾਰ ਨੇ ਵੱਖਰਾ ਬਣਾ ਦਿੱਤਾ ਹੋਇਆ ਤੇ ਉਹ ਜਿੰਨੇ NRIs ਵਾਲੇ ਜਿਹੜੇ ਕੇਸਿਸ ਹੈਗੇ ਨੇ ਉਹ ਸਾਰੇ ਹੁਣ NRI ਕਮਿਸ਼ਨ ਦੇ ਵਿੱਚ ਜਾਂਦੇ ਆ ਜੀ। ਹਾਂ, ਸਾਡੇ ਕੋਲ ਵੀ ਕੋਈ ਇਹੋ ਜਿਹਾ ਕੋਈ ਕੇਸ ਆਵੇ ਤੇ ਅਸੀਂ ਉਹਨੂੰ ਜਿਹੜਾ ਹੈਗਾ ਡਾਇਰੈਕਟ ਕਰ ਦਿੰਨੇ ਆ, ਕਿਉਂਕਿ ਜਿਹੜਾ NRI ਕਮਿਸ਼ਨ ਹੈ ਉਹ ਫਿਰ ਫਰਦਰ ਜਿਹੜਾ ਹੈਗਾ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਨਾਲ ਰਾਬਤਾ ਕਾਇਮ ਕਰਕੇ ਤੇ ਕਰ ਲੈਂਦਾ। ਬਟ ਅਸੀਂ ਵੀ ਪਰਸਿਊ ਕੁਝ ਕਰ ਲੈਂਦੇ ਹੈਗੇ ਆ, ਉਹਦੇ ਵਿੱਚ ਅਸੀਂ ਨੈਸ਼ਨਲ ਕਮਿਸ਼ਨ ਦੀ ਹੈਲਪ ਲਈਦੀ ਹੈ ਤੇ ਅੱਗੇ ਪਿੱਛੇ ਜੀ ਜਿਹੜੇ ਹੈਗੇ ਕੁਝ ਲੜਕੇ ਜਿਹੜੇ ਆ ਡੀਪੋਰਟ ਵੀ ਕਰਵਾਏ ਸੀਗੇ, ਜਿਹੜੇ ਮਤਲਬ ਹਾਂਜੀ ਜ਼ਬਤ ਹੋਏ ਸੀਗੇ। ਤੇ ਬਾਕੀ ਜਿਹੜੇ ਸਾਡੇ ਇੱਥੇ ਜ਼ਿਆਦਾਤਰ ਘਰੇਲੂ ਮਸਲੇ ਜਿਹੜੇ ਹੈਗੇ ਉਹ ਸਾਡੇ ਕੋਲ ਆਉਂਦੇ ਆ, ਜਾਂ ਕੁਝ ਪਰਸੈਂਟੇਜ ਹੈਗੀ ਹੈ ਜਿਹੜੀ ਕੰਮਕਾਜੀ ਔਰਤਾਂ ਦੇ ਕੋਈ ਮਸਲੇ ਹੈਗੇ, ਉਹਨਾਂ ਦੀਆਂ ਕੋਈ ਪ੍ਰੋਬਲਮਸ ਨੇ। ਤੇ ਇੱਕ ਮੈਂ ਇੱਥੇ ਸਗੋਂ ਆਪਣੀਆਂ ਭੈਣਾਂ ਨੂੰ ਵੀ ਦੱਸਣਾ ਚਾਹੁੰਦੀ ਆ ਕਿ ਤੁਸੀਂ ਕੋਈ ਸ਼ਿਕਾਇਤ ਕਰਨੀ ਹੈ, ਤੁਹਾਨੂੰ ਚਾਹੁੰਦੇ ਆ ਤੇ ਮਹਿਲਾ ਕਮਿਸ਼ਨ ਦੀ ਤੁਸੀਂ ਗੂਗਲ ਕਰੋਗੇ ਤੇ ਗੂਗਲ ਦੇ ਉੱਤੇ ਮਹਿਲਾ ਕਮਿਸ਼ਨ ਦਾ ਵੈਬਸਾਈਟ ਆ ਜਾਂਦੀ ਹੈ, ਉਹਨਾਂ ਸਾਡਾ ਈਮੇਲ ਐਡਰੈਸ ਆ ਜਾਂਦਾ ਹੈ। ਤੁਸੀਂ ਨਹੀਂ ਵੀ ਜਾ ਸਕਦੇ ਚੰਡੀਗੜ੍ਹ ਤੇ ਤੁਸੀਂ ਇੱਕ ਈਮੇਲ ਜਿਹੜੀ ਹੈ ਉਹ ਉਹਨਾਂ ਨੂੰ ਕਰ ਦਿਓ ਕਿ ਆ ਮੇਰਾ ਮਸਲਾ ਹੈ, ਔਰ ਉਹਦੀ ਪ੍ਰੋਪਰ ਜਿਹੜੀ ਹਰ ਮਸਲੇ ਦੀ ਜਿਹੜੀ ਹੈ ਉਹ ਸਮਨਿੰਗ ਹੁੰਦੀ ਹੈ। ਦੋਵਾਂ ਧਿਰਾਂ ਦੇ ਜਿਹੜੇ ਹੈ ਉਹਨਾਂ ਦੇ ਐਡਰੈਸਸ ਹੋਣੇ ਜ਼ਰੂਰੀ ਨੇ ਤੇ ਚੇਅਰਪਰਸਨ ਜਿਹੜੇ ਨੇ ਮਹਿਲਾ ਕਮਿਸ਼ਨ ਦੇ ਉਹਨਾਂ ਨੂੰ ਐਡਰੈਸ ਕੀਤੀ ਹੋਵੇ ਸ਼ਿਕਾਇਤ, ਤੇ ਉਹ ਫਿਰ ਜਿਹੜੀ ਹੈਗੀ ਹੈ ਵੈਸੇ ਤੇ ਸਾਡਾ ਉੱਥੇ ਕੋਰਟ ਲੱਗਦਾ ਹੈਗਾ ਹੈ। ਜਿਹੜਾ ਮਹਿਲਾ ਕਮਿਸ਼ਨ ਹੈ ਉਹ ਬੇਸਿਕਲੀ ਉਹਨੂੰ ਸਿਵਲ ਕੋਰਟ ਦਾ ਦਰਜਾ ਮਿਲਿਆ ਹੋਇਆ ਹੈ, ਉਹਦੀਆਂ ਪਾਵਰਸ ਡਿਫਰੈਂਟ ਨੇ। ਸੋ ਜਿਹੜੀਆਂ ਉਹ ਸਮੱਸਿਆਵਾਂ ਉੱਥੇ ਜਾਂਦੀਆਂ ਨੇ, ਉੱਥੇ ਬਕਾਇਦਾ ਕੋਰਟ ਲੱਗਦਾ ਹੈ, ਸਮਨਿੰਗ ਹੁੰਦੀ ਹੈ, ਦੋਨਾਂ ਪਾਰਟੀਆਂ ਦੀ ਸਮਨਿੰਗ ਹੁੰਦੀ ਹੈ। ਉਹਨਾਂ ਨੂੰ ਉੱਥੇ ਬਿਠਾ ਕੇ ਫਿਰ ਉਹਨਾਂ ਦੀ ਥੋੜੀ ਕਾਉਂਸਲਿੰਗ ਕੀਤੀ ਜਾਂਦੀ ਹੈ। ਉਹਨਾਂ ਦੇ ਝਗੜੇ ਜਿਹੜੇ ਆ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨਾਂ ਦੇ ਝਗੜਿਆਂ ਦਾ ਸਮਾਧਾਨ ਹੋ ਜਾਵੇ, ਘਰ ਨਾ ਜਿਹੜਾ ਟੁੱਟੇ। ਬਿਲਕੁਲ। ਤੇ ਇਹਦੇ ਨਾਲ ਜਿਹੜੇ ਬਾਕੀ ਜਿਹੜੇ ਹੈਗੇ ਨੇ, ਹੁਣ ਅੱਜ ਕੱਲ ਸਿਰਫ ਕਰੋਨਾ ਕਰਕੇ ਜਿਹੜਾ ਹੈਗਾ ਉਹ ਅਸੀਂ ਉੱਥੇ ਕੋਰਟ ਨਹੀਂ ਲਗਾ ਰਹੇ, ਤੇ ਜਿਹੜੇ ਮਸਲੇ ਹੈਗੇ ਉਹ ਅਸੀਂ ਰੀਡਾਇਰੈਕਟ ਕਰ ਰਹੇ ਹੈਗੇ ਆ, ਕੰਸਰਨਡ SSPs ਨੂੰ ਕਰ ਰਹੇ ਹਾਂ। ਜੀ ਵੈਸੇ ਉਹਦਾ ਸ਼ੁਕਰ ਹੈ ਕਰੋਨਾ ਦਾ ਕਿ ਕਰੋਨਾ ਕਰਕੇ ਦੇਖ ਲਓ ਸਾਰੇ ਜਿਹੜੇ ਘਰ ਵੀ ਰਹੇ ਆ ਪਰ ਝਗੜੇ ਵੀ ਘਟੇ ਆ। ਇਹ ਪਤਾ ਨਹੀਂ ਲੱਗਦਾ ਸੀ ਵੀ ਕਿਉਂ ਇਹ ਝਗੜੇ ਵੱਧ ਰਹੇ ਆ
ਔਰ ਅਸੀਂ ਇਹ ਆਸ ਕਰਾਂਗੇ, ਅਰਦਾਸ ਕਰਾਂਗੇ ਕਿ ਇਹ ਝਗੜੇ ਜਿਹੜੇ ਆ ਇਹ ਸਾਡੇ ਸਮਾਜ ਦੇ ਵਿੱਚੋਂ, ਸਾਡੇ ਪਰਿਵਾਰ ਦੇ ਵਿੱਚੋਂ ਮਨਫੀ ਹੋ ਜਾਣ। ਔਰ ਜੇਕਰ ਕਿਤੇ ਰੱਬ ਨਾ ਕਰੇ ਤੁਹਾਨੂੰ ਲੋੜ ਪੈਂਦੀ ਹੈ ਆਵਾਜ਼ ਉਠਾਉਣ ਦੀ, ਜੇਕਰ ਤੁਹਾਡੇ ਤੇ ਸੱਚਮੁੱਚ ਅਤਿਆਚਾਰ ਹੋ ਰਿਹਾ ਹੈ ਤਾਂ ਫਿਰ ਤੁਸੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਜਿਹੜਾ ਕਿ ਸਹਾਰਾ ਵੀ ਆ ਲੈ ਸਕਦੇ ਹੋ। ਮੈਡਮ ਕਿਰਨਪ੍ਰੀਤ ਕੌਰ ਧਾਮੀ ਜੀ ਸਾਡੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਏ ਔਰ ਸਾਨੂੰ ਬਹੁਤ ਸਾਰੀ ਜਾਣਕਾਰੀ ਵੀ ਦਿੱਤੀ ਔਰ ਨਾਲ ਪਿਆਰੀਆਂ ਪਿਆਰੀਆਂ ਅਸੀਂ ਗੱਲਾਂ ਵੀ ਕੀਤੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਥੈਂਕ ਯੂ ਜੀ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। For more updates, download Punjab One TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो। For more updates, download Punjab One TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।